बाणी जो जियो जाने, तिस अंतर रवै हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। परम सन्मानयोग सर्वरे कायनात सर्व कला समरथ, रब्बी ज्ञान दे सागर, सर्ब सांझी वालता दे मुजस्मे। शब्द गुरु ज्ञान स्वरूप दसां पातशाहियां दी जोत, साहिब सतगुरु श्री गुरु ग्रंथ साहिब पातशाह जी दी पावन चरण शरण विच सुभाएमान बहुत ही वडभागी गुरसिख सतसंगी जनों। सतगुरां दी अपार मिहरामत दे सदका साहिब सतगुरु श्री गुरु ग्रंथ साहिब पातशाह जी दे पहले प्रकाश पुरब नूं बड़ी ही शरधा भावना सहित मनाउंदियां प्रबंधकां वल्लों आप सारियां संगतां दे सहयोग सदका जो गुरमत समागम करवाए जा रहे ने, दास तो पहला इस स्थान दे हजूरी रागी जत्थे पासों आप जी ने रब्बी बाणी दे रस भिन्ने कीर्तन सरवण कीते हन। सरबत संगतां नूं सतगुरु श्री गुरु ग्रंथ साहिब पातशाह जी दे पहले प्रकाश पुरब दीआं बहुत बहुत बधाइयां। आओ गुर इतिहासक गुरमत विचारां नाल जुड़न वास्ते मन बिरतियां नूं करिए एकागर। कोई भी रसना वांझी ना रहे, सारे प्यार सहित आखो जी वाहिगुरु जी का खालसा वाहिगुरु जी की फतेह। गुरमत अंदर शब्द गुरु की बड़ी महानता है, क्योंकि शब्द सजीवी है, सर्व व्यापक है। शरीर अज हैन कदे नहीं सन, ऐसा भी समा आउंदा है जदों कि दिसदे हुए शरीर अलोप हो जाते। शब्द पहला भी सी, जदों सृष्टि की रचना हुई, उत्पत परलो शब्दे होवै। शब्द के द्वारा ही मालिक ने इस सृष्टि को साजिया, इसकी संभाल शब्द के द्वारा ही वो कर रहा है, क्योंकि इसनूं होर थाओं ना ही शब्द ला के सवारी है। जितने आकार, जितने शरीर, जितनियां देहियां दिस रही ने, इन्हां दी संभाल भी शब्द के राही हो रही है। तो जदों भी कदे परलो आउंदी है, मालिक अपनी रचना नूं समेटदा है। वो परलो भी जिस निजम के अधीन आउंदी है, उस निजम नूं शब्द कहा गया है। उत्पत परलो शब्द होवै, शब्दे ही फिर ओपत होवै। सतगुरु गुरु नानक पातशाह जी जिन्हां ने सैकड़े प्रश्न जदों जोगियां वल्लों सिद्धां वल्लों कीते गए, हर प्रश्न का उत्तर बड़े विभाग हो के दिता, क्योंकि सिद्ध कई तरह के डरावे भी दे रहे सन,
ਕਈ ਤਰ੍ਹਾਂ ਦੀਆਂ ਕਰਾਮਾਤਾਂ ਵਿਖਾ ਰਹੇ ਸਨ। ਉਹਨਾਂ ਨੇ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ, ਕਈ ਤਰ੍ਹਾਂ ਦੇ ਜੰਤਰ ਮੰਤਰ ਵੀ ਪੜ੍ਹੇ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਿਹੜੀ ਸ਼ਬਦ ਦੀ ਵਿਚਾਰਧਾਰਾ ਸੀ, ਉਸ ਵਿਚਾਰਧਾਰਾ ਦੇ ਰਾਹੀਂ ਸਤਿਗੁਰਾਂ ਨੇ ਸਿੱਧਾਂ ਨੂੰ ਵੀ ਜਿੱਤ ਲਿਆ। ਸਿੱਧਾਂ ਤੇ ਜਿੱਤ ਪ੍ਰਾਪਤ ਕਰਕੇ ਆਪਣੇ ਪੰਥ ਨੂੰ ਨਿਰਾਲਾ ਵੀ ਰੱਖਿਆ, ਜਿਹਦਾ ਇਹ ਭਾਵ ਸੀ ਕਿ ਜੇ ਸਤਿਗੁਰੂ ਜੀ ਅਨਮਤੀਆਂ ਕੋਲ ਗਏ, ਜੋਗੀਆਂ ਕੋਲ ਗਏ, ਤੇ ਉੱਥੇ ਜਾ ਕੇ ਵੀ ਆਪਣਾ ਜਿਹੜਾ ਪੰਥ ਸੀ, ਜਿਹੜੀ ਵਿਚਾਰਧਾਰਾ ਸੀ, ਉਹਨੂੰ ਸਤਿਗੁਰਾਂ ਨੇ ਨਿਰਾਲਾ ਰੱਖਿਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਔਰ ਸਤਿਗੁਰੂ ਗਰੀਬ ਨਵਾਜ ਜੀ ਨੇ ਜਦੋਂ 9 ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ, ਬੜੇ ਬੜੇ ਔਜੜੇ ਤੇ ਕੁਰਾਏ ਪਏ ਜਿਹੜੇ ਜੀਵ ਸਨ, ਚਾਹੇ ਉਹ ਸੱਜਣ ਠੱਗ ਦੀ ਹਵੇਲੀ ਸੀ, ਚਾਹੇ ਸਤਿਗੁਰੂ ਜੀ ਭੂਮੀਏ ਚੋਰ ਨੂੰ ਮੁਖਾਤਬ ਹੁੰਦੇ ਨੇ, ਚਾਹੇ ਆਪਣੇ ਅੰਦਰੋਂ ਔਰਤ ਪੁਣਾ ਗਵਾ ਕੇ ਮੂਰਛਾ ਜਾਦੂਗਰਨੀ ਜਾਦੂ ਟੂਣਿਆਂ ਵੱਲ ਤੁਰੀ ਹੋਈ ਸੀ, ਚਾਹੇ ਕੰਧਾਰੀ ਵਰਗੇ ਬਲੀ ਜਿਨ੍ਹਾਂ ਦਾ ਕੰਮ ਲੋਕਾਂ ਨੂੰ ਪਾਣੀ ਵੰਡਣਾ ਸੀ, ਉਹ ਪਾਣੀਆਂ ਤੇ ਕਬਜ਼ਾ ਕਰੀ ਬੈਠੇ ਸਨ। ਗਰੀਬ ਨਵਾਜ ਜਿੱਥੇ ਵੀ ਗਏ, ਉਹਨਾਂ ਨੇ ਔਜੜੇ ਤੇ ਕੁਰਾਏ ਪਏ ਹੋਏ ਜੀਵਾਂ ਨੂੰ ਸੱਚ ਦਾ ਮਾਰਗ ਸ਼ਬਦ ਦੇ ਦੁਆਰਾ ਦ੍ਰਿੜ ਕਰਾਇਆ ਸੀ। ਜੇ ਗਰੀਬ ਨਵਾਜ ਹਿੰਦੂ ਤੀਰਥਾਂ ਤੇ ਗਏ ਤੇ ਉੱਥੇ ਜਾ ਕੇ ਵੀ ਬਚਨ ਗਏ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਆਓ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੋ। ਗੁਰੂ ਦੇ ਸ਼ਬਦ ਦੀ ਵਿਚਾਰ ਇੱਕ ਐਸਾ ਜਲ ਹੈ ਜਿਹਦੇ ਨਾਲ ਤੁਹਾਡਾ ਅੰਤਸ਼ਕਰਨ, ਜੋ ਜਨਮਾਂ ਜਨਮਾਂਤਰਾਂ ਦਾ ਮੈਲਾ ਹੋਇਆ, ਉਹਦੀ ਮੈਲ ਉਤਰੇ। ਜੇ ਕਿਸੇ ਨੇ ਕਿਹਾ ਸਤਿਗੁਰੂ ਜੀ ਅਸੀਂ ਮੁਕਤੀ ਚਾਹੁੰਦੇ, ਇਸ ਲਈ ਅਸੀਂ ਘਰ ਛੱਡ ਕੇ ਜੰਗਲਾਂ ਵਿੱਚ ਭਟਕ ਰਹੇ ਹਾਂ, ਤੀਰਥਾਂ ਤੇ ਆ ਕੇ ਬੈਠੇ ਹਾਂ, ਪੁੱਠੇ ਲਟਕ ਰਹੇ ਹਾਂ, ਕਈ ਤਰ੍ਹਾਂ ਦੇ ਕਰਮ ਕਾਂਡ, ਕਈ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਸਨ, ਉਹਨਾਂ ਨੇ ਆਪਣੇ ਜੀਵਨ ਵਿੱਚ ਧਾਰਨ ਕੀਤੇ ਹੋਏ ਸਨ। ਗਰੀਬ ਨਵਾਜ ਨੇ ਜਿੱਥੇ ਉਹਨਾਂ ਦਾ ਜ਼ਿਕਰ ਕੀਤਾ, ਕਰਮ ਧਰਮ ਕਰ ਮੁਕਤ ਮਗਾਹੀ, ਕਿ ਇਹ ਲੋਕ ਅੰਦਰ ਇੱਕ ਜਿਗਿਆਸਾ ਰੱਖਦੇ ਨੇ ਕਿ ਅਸੀਂ ਕਰਮ ਕਾਂਡ ਕਰਕੇ ਮੁਕਤ ਹੋ ਜਾਵਾਂਗੇ। ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਕਰਮ ਕਾਂਡਾਂ ਤੋਂ ਹਟਾ ਕੇ ਸ਼ਬਦ ਦੇ ਨਾਲ ਜੋੜਿਆ ਤੇ ਵਚਨ ਕਹੇ, ਜਿਹੜੀ ਮੁਕਤੀ ਤੁਸੀਂ ਕਰਮ ਕਾਂਡਾਂ ਰਾਹੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹ ਤਾਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਾਪਤ ਹੋਵੇ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ। ਜੇ ਕਿਸੇ ਨੇ ਕਿਹਾ ਅਸੀਂ ਅੰਦਰੋਂ ਸੁੱਚੇ ਹੋਣਾ ਚਾਹੁੰਦੇ ਹਾਂ, ਕਿਉਂਕਿ ਸਾਡਾ ਸਾਰਿਆਂ ਦਾ ਇੱਕੋ ਹੀ ਮਨੋਰਥ ਹੈ ਕਿ ਅਸੀਂ ਜੀਵਨ ਦੇ ਵਿੱਚ ਪਵਿੱਤਰਤਾ ਧਾਰਨ ਕਰ ਲਈਏ, ਸਾਡੇ ਜੀਵਨ ਦੇ ਅੰਦਰ ਨਿਰਮਲਤਾਈ ਸੁਚਮ ਪਗੀਜਗੀ ਆ ਜਾਵੇ। ਗਰੀਬ ਨਵਾਜ ਨੇ ਉੱਥੇ ਵੀ ਸ਼ਬਦ ਦੇ ਨਾਲ ਹੀ ਜੋੜਿਆ ਸੀ, ਕਿਆ ਭਵਿਐ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਆਪ ਉਚਾਰਨ ਕੀਤੀ, ਚਾਹੇ ਉਹ ਭਾਈ ਮਰਦਾਨਾ ਜੀ ਨੂੰ ਕਿਹਾ ਕਰਦੇ ਸਨ, ਛੇੜ ਮਰਦਾਨਿਆਂ ਰਵਾਬ ਬਾਣੀ ਆਈ ਹੈ, ਕਾਈ ਸਿਫਤ ਖੁਦਾ ਦੀ ਕਰ ਲਈ। ਸਪਸ਼ਟ ਕਰਦੇ ਸਨ ਕਿ ਮਰਦਾਨਿਆਂ ਰਵਾਬ ਛੇੜ ਅਕਾਲ ਪੁਰਖ ਦਾ ਹੁਕਮ, ਅਕਾਲ ਪੁਰਖ ਦੀ ਜੋ ਬਾਣੀ ਸਾਨੂੰ ਧੁਰ ਤੋਂ ਪ੍ਰਾਪਤ ਹੋ ਰਹੀ ਹੈ, ਉਹ ਉਪਦੇਸ਼ ਅਸੀਂ ਸੰਸਾਰ ਦੇ ਨਾਲ ਸਾਂਝਾ ਕਰਨਾ ਹੈ। ਜੇ ਗਰੀਬ ਨਵਾਜ ਜੀ ਇੱਕ ਕਿਰਤੀ ਭਾਈ ਲਾਲੋ ਦੇ ਘਰ ਜਾਂਦੇ ਨੇ ਤੇ ਭਾਈ ਲਾਲੋ ਸਮੇਂ ਦੇ ਹਾਲਾਤਾਂ ਮੁਤਾਬਕ ਪੁੱਛਦਾ ਹੈ ਕਿ ਬਹੁ ਗਿਣਤੀ ਮਲਕ ਭਾਗੋ ਦੇ ਮਗਰ ਹੈ, ਜਿੱਧਰ ਸੱਚ ਦੀ ਕਿਰਤ ਨਹੀਂ ਹੈ,
ਤੇ ਗਰੀਬ ਨਵਾਜ ਜੀ ਨੇ ਭਾਈ ਲਾਲੋ ਨੂੰ ਵੀ ਮੁਖਾਤਬ ਹੋ ਕੇ ਜਿਹੜੇ ਵਚਨ ਕਹੇ ਸਨ ਕਿ ਇੱਥੋਂ ਦੇ ਐਮਨਾਬਾਦ ਦੇ ਲੋਕ ਸੱਚ ਨਾਲੋਂ ਟੁੱਟ ਚੁੱਕੇ ਨੇ, ਕਿਰਤ ਨਾਲੋਂ ਟੁੱਟ ਚੁੱਕੇ ਨੇ, ਕਰਤੇ ਨਾਲੋਂ ਟੁੱਟ ਚੁੱਕੇ ਨੇ। ਇਹਨਾਂ ਨੂੰ ਇੱਕ ਦਿਨ ਬੜੀ ਵੱਡੀ ਸਜ਼ਾ ਮਿਲਣੀ ਹੈ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਉੱਥੇ ਵੀ ਸਪਸ਼ਟ ਕੀਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਲਾਲੋ, ਜਿਵੇਂ ਮੈਨੂੰ ਖਸਮ ਦੀ ਬਾਣੀ ਆ ਰਹੀ ਹੈ, ਮੈਂ ਉਵੇਂ ਹੁਕਮ, ਉਵੇਂ ਉਸ ਉਪਦੇਸ਼ ਨੂੰ ਸੰਸਾਰ ਦੇ ਸਾਹਮਣੇ ਰੱਖ ਰਿਹਾ ਹਾਂ। ਭਾਵ ਸਤਿਗੁਰਾਂ ਨੇ ਨਿਜ ਨਾਲ ਜੁੜਨ ਦੀ ਬਜਾਏ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਨੂੰ ਜੋੜਿਆ। ਤੇ ਜਿੱਥੇ ਇਹ ਬਚਨ ਕਹੇ ਕਿ ਇਹ ਬਾਣੀ ਖਸਮ ਦੀ ਹੈ, ਮਾਲਕ ਦੀ ਹੈ, ਉੱਥੇ ਬਾਣੀ ਵਿੱਚ ਵੀ ਬਾਰ-ਬਾਰ ਇਹ ਦ੍ਰਿੜ ਕਰਾਇਆ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ। ਆਪਣੇ ਲਈ ਸ਼ਬਦ ਵਰਤੇ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ। ਆਪਣੇ ਲਈ ਸ਼ਬਦ ਵਰਤੇ ਹਉ ਢਾਡੀ ਕਾ ਨੀਚ ਜਾਤ, ਔਰ ਉੱਤਮ ਜਾਤ ਸਦਾਏ ਦੇ। ਆਪਣੇ ਲਈ ਸ਼ਬਦ ਵਰਤੇ ਸਨ ਕਿ ਅਸੀਂ ਸ਼ਹਿਦ ਦੀਆਂ ਗੱਲਾਂ, ਦਰ ਦੀਆਂ ਬਾਤਾਂ ਸੁਣਾਉਣ ਵਾਸਤੇ ਸੰਸਾਰ ਵਿੱਚ ਆਏ ਹਾਂ। ਤੇ ਸਾਨੂੰ ਵੀ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਸਮਝਾਇਆ ਕਿ ਜਦੋਂ ਵੀ ਸਮਾਂ ਮਿਲੇ, ਗੱਪਾਂ ਮਾਰਨ ਦੀ ਬਜਾਏ, ਚੁਗਲੀ ਨਿੰਦਿਆ ਕਰਨ ਦੀ ਬਜਾਏ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ। ਉਸ ਕਰਤੇ ਪੁਰਖ ਦੀਆਂ ਬਾਤਾਂ ਕਰਿਆ ਕਰੋ, ਉਹਦੀਆਂ ਗੱਲਾਂ ਕਰਿਆ ਕਰੋ। ਕਿਤੇ ਦੁਨਿਆਵੀ ਚੁਗਲੀ ਨਿੰਦਿਆ ਵਿੱਚ ਖੱਚਤ ਹੋ ਕੇ, ਦੁਨਿਆਵੀ ਗੱਲਾਂ ਵਿੱਚ ਲੱਗ ਕੇ ਆਪਣੀ ਮੰਜ਼ਿਲ ਨਾ ਭੁੱਲ ਜਾਇਓ। ਕਰਤੇ ਦੀਆਂ ਗੱਲਾਂ ਕਰੋਗੇ, ਕਰਤੇ ਦੀਆਂ ਬਾਤਾਂ ਕਰੋਗੇ ਤੇ ਤੁਹਾਨੂੰ ਤੁਹਾਡੀ ਮੰਜ਼ਿਲ ਵੀ ਚੇਤੇ ਰਵੇਗੀ, ਤੇ ਕਰਤੇ ਦੀਆਂ ਬਾਤਾਂ ਕਰਦਿਆਂ ਕਰਦਿਆਂ ਤੁਸੀਂ ਆਪਣੀ ਮੰਜ਼ਿਲ ਤੇ ਵੀ ਪਹੁੰਚ ਜਾਓਗੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਕਿ ਜਦੋਂ ਕਿਤੇ ਵੀ ਰੱਬੀ ਵਜਦ ਵਿੱਚ ਜੁੜੋ ਤੇ ਉਸ ਕਰਤੇ ਦੇ ਗੀਤ ਗਾਇਓ। ਤੇ ਜਦੋਂ ਉਹਦੇ ਗੀਤ ਗਾਉਣੇ ਆ ਜਾਣ ਤੇ ਸੱਚਮੁੱਚ ਇਹ ਗੀਤ ਭਵ ਸਾਗਰ ਤੋਂ ਤੁਹਾਡਾ ਬੇੜਾ ਪਾਰ ਕਰਦੇ ਹਨ। ਆ ਦੁਨਿਆਵੀ ਗੀਤ ਸੰਗੀਤ ਤਾਂ ਬੇੜਾ ਡੋਬਣ ਦਾ ਸਬੱਬ ਬਣਦੇ ਨੇ, ਪਰ ਜਦੋਂ ਮਾਲਕ ਦੇ ਗੀਤ ਗਾਵਾਂਗੇ, ਮਾਲਕ ਦੀ ਸਿਫਤ ਸਲਾਹ ਕਰਾਂਗੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਨ ਨੂੰ ਵੀ ਮੁਖਾਤਬ ਹੋ ਕੇ ਬਚਨ ਆਖਦੇ ਨੇ, ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦਾ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਸਤਿਗੁਰੂ ਜੀ ਨੇ ਜਿੱਥੇ ਵੀ ਉਪਦੇਸ਼ ਕਰਨ ਵਾਸਤੇ ਪਹੁੰਚੇ, ਉੱਥੇ ਗਰੀਬ ਨਵਾਜ ਜੀ ਨੇ ਸੰਗਤਾਂ ਕਾਇਮ ਕਰਨ ਲਈ ਧਰਮਸ਼ਾਲਾ ਰਚ ਕੇ ਗੁਰੂ ਕੀ ਬਾਣੀ ਦੇ ਪਾਠ, ਕੀਰਤਨ ਤੇ ਕਥਾ ਦੀ ਮਰਿਆਦਾ ਆਪ ਉੱਥੇ ਆਰੰਭ ਕਰਵਾਈ ਸੀ। ਜਦੋਂ ਵੀ ਸਿੱਖ ਇਹ ਬੇਨਤੀ ਕਰਦੇ, ਪਾਤਸ਼ਾਹ ਤੁਸੀਂ ਸਾਡੇ ਨਗਰ ਆਏ ਹੋ, ਅਸੀਂ ਚਾਹੁੰਦੇ ਹਾਂ ਹੁਣ ਤੁਸੀਂ ਇੱਥੋਂ ਪਰਤ ਕੇ ਵਾਪਸ ਨਾ ਜਾਓ, ਸਾਡੇ ਕੋਲ ਰਹੋ। ਜਾਂ ਸਿੱਧੇ ਲਫ਼ਜ਼ਾਂ ਵਿੱਚ ਉਹਨਾਂ ਨੇ ਇਹ ਬੇਨਤੀ ਕੀਤੀ, ਪਾਤਸ਼ਾਹ ਕੋਈ ਤਰੀਕਾ ਹੈ ਕਿ ਅਸੀਂ ਤੁਹਾਡੇ ਤੋਂ ਦੂਰ ਨਾ ਜਾਈਏ ਕਿ ਤੁਸੀਂ ਸਾਡੇ ਤੋਂ ਦੂਰ ਨਾ ਜਾਓ। ਗਰੀਬ ਨਵਾਜ ਜੀ ਕਹਿਣ ਲੱਗੇ ਕਿ ਜੇ ਤੇ ਜੁੜੋਗੇ ਸ਼ਰੀਰਾਂ ਨਾਲ, ਤੇ ਸ਼ਰੀਰ ਜੇ ਕਰਤਾਰਪੁਰ ਸਾਹਿਬ ਹੈ ਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਵਿਆਕੁਲ ਹੋ ਜਾਣਗੀਆਂ। ਜੇ ਸ਼ਰੀਰ ਲਾਹੌਰ ਦੀ ਧਰਤੀ ਤੇ ਹੈ ਤੇ ਅੰਮ੍ਰਿਤਸਰ ਦੀਆਂ ਸੰਗਤਾਂ ਉਡੀਕਣਗੀਆਂ। ਜੇ ਇੱਕੋ ਸਮੇਂ ਹਰ ਥਾਂ ਤੁਸੀਂ ਗੁਰੂ ਨੂੰ ਵੇਖਣਾ ਚਾਹੁੰਦੇ ਹੋ, ਇਹ ਚਾਹੁੰਦੇ ਹੋ ਕਿ ਕਦੇ ਅਸੀਂ ਗੁਰੂ ਤੋਂ ਦੂਰ ਨਾ ਹੋਈਏ ਤੇ ਗੁਰੂ ਸਾਡੇ ਤੋਂ ਦੂਰ ਨਾ ਹੋਵੇ, ਫਿਰ ਸ਼ਰੀਰਾਂ ਨਾਲ ਨਹੀਂ, ਸ਼ਬਦ ਨਾਲ ਜੁੜੋ। ਸ਼ਰੀਰਾਂ ਦਾ ਇਹ ਧਰਮ ਹੈ ਕਿ ਇੱਕ ਦਿਨ ਜਦੋਂ 70 ਸਾਲ 5 ਮਹੀਨੇ ਦੀ ਉਮਰ ਹੋਣੀ ਹੈ, ਸਾਨੂੰ ਮਾਲਕ ਦਾ ਸੱਦਾ ਹੋਣਾ ਹੈ, ਇਹ ਕਾਇਆ ਦਾ ਆਦਾਨ ਪ੍ਰਦਾਨ ਹੋ ਜਾਣਾ ਹੈ। ਇਹ ਸਰੀਰ ਜਿਹੜਾ ਅੱਜ ਤੁਸੀਂ ਵੇਖ ਰਹੇ ਹੋ, ਇਹ ਸਰੀਰ ਫਿਰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਵੇਖੋ। ਦਸ਼ਮੇਸ਼ ਪਿਤਾ ਜੀ ਨੇ ਵੀ ਇਹੀ ਸਮਝਾਇਆ ਸੀ
कि अज 10वें जामे विच वो शरीर नहीं है जिस शरीर विच रह के ये उपदेश दिता सी, जैसी मैं आवे कसम की बाणी तैसड़ा करी ज्ञान में लालो। उपदेश वही है, जोत ते जुगत भी वही है, पर शरीर रूपी टिकाणे जेड़े ने वो 10 तब्दील हो गए ने। कि साहब ने बचन कहे सन जदों 42 साल की उम्र हुई, सानू भी मालक का सदा होना है। इस करके आज्ञा भई अकाल की तबै चलायो पंथ, सब सिखन को हुक्म है गुरु मान्यो ग्रंथ। गरीब नवाज गुरु नानक साहब जी जदों करतारपुर साहब की धरती ते अपने अंतले समय आके उत्थे खेती करवा रहे सन, सतगुरु जी दसना चाहते सन कि जदों समय की लोड़ सी, जगत जलंदे नूं ठारन हित सुल्तानपुर लोधी की धरती ते खड़ो के वेखिया, संसार सड़दा बलदा नजर आया। उस सड़दे बलदे संसार नूं ठारन वास्ते गरीब नवाज जी ने वो भेख धारण किया जिहड़ा उस इलाके नाल संबंध रखता सी। जे हिंदू तीर्थां ते गए तो वो भेख धारण किया, जे इस्लाम के केंद्री स्थानां ते गए फिर बाबा मक्के गया नील वस्त्र धारे बनवारी। पर किते ये भेख किसी का पक्का ही ना भेख बन जाए। करतारपुर साहब की धरती ते आके वो भेख उतारिया ते संसारी कपड़े पहन के खेती करवानी शुरू कर दी। भाई गुरदास जी ने लिखा, फिर बाबा आया करतारपुर, भेख उदासी सकल उतारा, पहर संसारी कपड़े, मंजी बैठ किया अवतारा, सोदर आरती गावी है अमृत वेला जाप पूजा। सतगुरा ने करतारपुर साहब की धरती ते धर्मशाला रच के जदों गुरु की बाणी के पाठ कीर्तन कथा का प्रवाह चलाया ते गुरु की संगतां जदों आके शब्द के नाल जुड़दियां ते सतगुरु जी के कोलों ये ज्ञान की दात प्राप्त करके कि शब्द गुरु सुरत धुन चेला, गुरु शब्द है ते शब्द दे विच सुरत नूं जदों जोड़ांगे ये शब्द गुरु दे चेले, शब्द गुरु दे सिख, शब्द गुरु दे सेवक बनना है। सतगुरु गुरु नानक पातशाह जी ने जिथे आप बाणी उचारण की, उत्थे 15 भगत साहबानां दे अस्थान ते जाके उस वेले जेड़े जेड़े भगत साहबान के अगे उत्तराधिकारी सन उन्हां दे कोलों प्रभु भगतां की उचारण की हुई बाणी नूं एकत्र किया। अज भी गुरु ग्रंथ साहब जी की बाणी का जे आपां इतिहास देखना होवे, जिवें हर वस्तु के 2 रूप हुंदे ने, एक बाहरी ते दूसरा अंदरूनी। इसे तरह धन गुरु ग्रंथ साहब जी की बाणी का एक तां बाहरी इतिहास है। बाहरी तौर पर असीं कह सकते हैं शब्द गुरु के 3 पड़ाव ने। पहला पड़ाव है 1469 तो लैके 1604 तक 135 साल ला के शब्द गुरु का पहला पड़ाव पोथी परमेश्वर का थान, साध संग गावे गुण गोबिंद पूर्ण ब्रह्म ज्ञान। जदों गुरु अर्जन देव महाराज जी ने भाई गुरदास जी को लिखारी ला के रामसर साहब के स्थान पर श्री गुरु ग्रंथ साहब जी की संपादना करवा के सचखंड श्री हरमंदर साहब विखे पहला प्रकाश करवाया। दूसरा पड़ाव तकरीबन 1604 तो 102 साल बाद 1706 दे विच जदों तलवंडी साबो दमदमा साहब के मकाम से भाई मनी सिंह जी बाबा दीप सिंह जी को लिखारी ला के श्री गुरु ग्रंथ साहब जी विच गुरु तेग बहादुर साहब जी की बाणी गुरु गोबिंद सिंह महाराज जी ने अंकित करवा के गुरु ग्रंथ साहब जी के पावन स्वरूप को संपूर्ण करवाया। तीसरा पड़ाव 1706 तो 2 साल बाद 1708 विच जदों सचखंड श्री हजूर साहब विखे गुरता गद्दी बख्शिश करके सानू सारियां नूं हुक्म कीता सी कि सब सिखन को हुक्म है गुरु मान्यो ग्रंथ। ते पुरातन सिख क्या करते सन, 10वां पातशाह गद्दी गुरियाई दी गुरु ग्रंथ साहब नूं है दे गया। अज तो प्रतख साडा गुरु गुरु ग्रंथ साहब होया,
सोई गया जिहड़ा गुरु ग्रंथ साहिब तो गया। जिहड़ा सिख हो के गुरु ग्रंथ साहिब नालों टुट गया, ਉਹਦੇ ਦੋਵੇਂ ਲੋਕ ਤੇ ਪਰਲੋਕ भी चले गए। भाव वो किसी थां जोगा ना रहा। जे ਉਹਨੂੰ कोई कहे भी तेरे कर्म वेख के इंज लगता है भी जिवें तू मुसलमान होवे भी तू कबरां ते हरियां हरियां चादरां पाउना, ये गल पैण लई तैयार होवेगा भी मैं तैनूं मुसलमान दिखाई दिंदा। ਇਹਨੂੰ ਵਰਤ ਰੱਖਦਿਆਂ ਸ਼ਰਾਧ ਕਰਦਿਆਂ ਕੋਈ ਵੇਖ ਕੇ ਕਵੇ ਵੀ ਵੀਰਾ ਭੈਣ ਤੂੰ ਹਿੰਦੂ ਆ, ਇਹ ਕਵੇਗਾ ਨਹੀਂ ਮੈਂ ਤੇ ਗੁਰੂ ਨਾਨਕ ਦਾ ਸਿੱਖ ਆ। ਹੁਣ ਸਿੱਖ ਇਹ ਰਿਹਾ ਨਹੀਂ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਿਆ ਉਹ ਦੋਹਾਂ ਜਹਾਨਾਂ ਤੋਂ ਗਿਆ, ਤੇ ਜਿਹੜਾ ਸ਼ਬਦ ਨਾਲ ਜੁੜ ਗਿਆ ਸਾਹਿਬ ਨੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ। ਜਿਹਨੂੰ ਇਹ ਸਮਝ ਆ ਗਈ ਇਸ ਦੇ ਉੱਪਰ ਨਹੀਂ ਵਿਚਾਰ, ਜਿਵੇਂ ਮੁਸਲਮਾਨ ਕਹਿੰਦੇ ਨੇ ਮੱਕਿਓਂ ਪਰੇ ਉਜਾੜ, ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਉਜਾੜ ਤਾਂ ਹੋ ਸਕਦਾ ਹੈ, ਇਸ ਤੋਂ ਅੱਗੇ ਹੋਰ ਕੋਈ ਥਾਂ ਨਹੀਂ ਹੈ ਵੀ ਸ਼ਾਇਦ ਇੱਕ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤੇ ਇਸ ਤੋਂ ਬਿਨਾਂ ਅਸੀਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਵੀ ਕੋਈ ਪੂਜਾ ਕਰਕੇ ਆਉਣੀ ਹੈ, ਕੋਈ ਕਰਮ ਕਾਂਡ ਕਰਨੇ ਆ। ਸਾਹਿਬ ਕਹਿੰਦੇ ਇਸ ਤੋਂ ਅੱਗੇ ਹੋਰ ਕੋਈ ਵਿਚਾਰ ਨਹੀਂ। ਜਦੋਂ ਸਤ ਸੰਗ ਵਿੱਚ ਜੁੜ ਕੇ ਇਸ ਵਿਚਾਰਧਾਰਾ ਨੂੰ ਹਿਰਦੇ ਵਿੱਚ ਧਾਰਨ ਕਰੋਗੇ ਤੇ ਸ਼ਬਦ ਨਾਲ ਜੁੜ ਕੇ ਲੋਕ ਪਰਲੋਕ ਸਵਰ ਜਾਣਗੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਗਾ ਕਰੋ ਉਧਾਰ। ਸਾਹਿਬ ਕਹਿੰਦੇ ਫਿਰ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲੇ ਹੋ ਜਾਣਗੇ। ਜਿੱਥੇ ਬਾਹਰੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ 3 ਪੜਾਅ ਨੇ, ਅੰਦਰੂਨੀ ਤੌਰ ਤੇ ਜਦੋਂ ਅਸੀਂ ਤਰਤੀਬ ਵੇਖਾਂਗੇ ਤੇ 502 ਸਾਲ ਪੂਰੀ 5 ਸਦੀਆਂ ਦੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ। ਪਹਿਲੇ ਬਾਣੀਕਾਰ ਨੇ 1173 ਵਿੱਚ ਬੰਗਾਲ ਦੀ ਧਰਤੀ ਤੇ ਰਹਿਣ ਵਾਲੇ ਭਗਤ ਜੈਦੇਵ ਜੀ, ਜਿਨ੍ਹਾਂ ਦੇ ਬਚਨ ਅੱਜ ਵੀ ਸਾਡੇ ਕੰਨਾਂ ਵਿੱਚ ਪੈਂਦੇ ਨੇ। ਪ੍ਰਮਾਦ ਪੁਰਖ ਮਨੋ ਬਿਮੰਗ ਸਤ ਆਦ ਭਾਵ ਰਤਨ। ਤੇ ਸਭ ਤੋਂ ਅਖੀਰਲੇ ਬਾਣੀਕਾਰ ਨੇ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਹੈ। 1173 ਤੋਂ ਲੈ ਕੇ 1675 ਤੱਕ ਇਹ 502 ਸਾਲ ਦਾ ਸਮਾਂ ਬਣਦਾ ਹੈ। 5 ਸਦੀਆਂ ਦੇ ਮਹਾਂਪੁਰਖਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਨੇ। ਵੀ ਐਵੇਂ ਨਾ ਆਪਾਂ ਕਿਸੇ ਦੇ ਵੀ ਆਖੇ ਲੱਗ ਕੇ ਕਹੀਏ ਵੀ ਫਲਾਣੀ ਜਗ੍ਹਾ ਤੇ ਕੋਈ ਬਚਨ ਦਿੰਦਾ ਹੈ, ਫਲਾਣੀ ਜਗ੍ਹਾ ਤੇ ਕੋਈ ਸਿੱਖਿਆ ਦਿੰਦਾ ਹੈ। ਇਹ ਕਿਹਾ ਕਰੋ ਅਸੀਂ ਤਾਂ ਉਸ ਗੁਰੂ ਦੇ ਲੜ ਲੱਗੇ ਹਾਂ ਜਿੱਥੇ 5 ਸਦੀਆਂ ਦੇ ਮਹਾਂਪੁਰਖਾਂ ਦੀ ਬਾਣੀ, 5 ਸਦੀਆਂ ਦੇ ਮਹਾਂਪੁਰਖਾਂ ਦੇ ਬਚਨ ਸੰਭਾਲੇ ਪਏ ਨੇ। ਤੇ ਇਹ ਉਹ ਬਚਨ ਨੇ ਜਿਹੜੇ ਸਰੀਰ ਤੋਂ ਵੀ ਅੱਗੇ ਸਾਡੀ ਜਿੰਦ ਦੇ ਸਾਥੀ ਨੇ। ਗੁਰ ਕਾ ਬਚਨ ਵਸੈ ਜੀ ਨਾਲੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਗਰੀਬ ਨਵਾਜ ਜੀ ਨੇ 15 ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ, ਜਿੰਨੀ ਬਾਣੀ ਆਪ ਉਚਾਰਨ ਕੀਤੀ। 15 ਭਗਤ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਕੇ ਇਹ ਸਾਰਾ ਬਾਣੀ ਦਾ ਜਿਹੜਾ ਖਜ਼ਾਨਾ ਸੀ, ਜਦੋਂ ਭਾਈ ਲਹਿਣਾ ਜੀ ਨੂੰ ਪੂਰੀ ਪਰਖ ਤੋਂ ਬਾਅਦ ਸਾਹਿਬ ਜੀ ਨੇ ਗੁਰੂ ਜੋਤ ਉਹਨਾਂ ਵਿੱਚ ਟਿਕਾ ਕੇ ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ ਸਨ। ਜਦੋਂ ਆਪਣੀ ਸਰੀਰਕ ਹਯਾਤੀ ਵਿੱਚ ਥਾਪਿਆ ਲੈਣਾ ਜੀਵੰਦਾ ਗੁਰਿਆਈ ਸਿਰ ਛਤਰ ਫਿਰਾਇਆ। ਤੇ ਅਸੀਂ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦਾ। ਇੱਕ ਤਾਂ ਰਹਿ ਰਾਸ ਸਾਹਿਬ ਦਾ ਅਰਥ ਹੈ ਜਿਹੜਾ ਆਪਾਂ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਹਾਂ। ਇੱਕ ਰਹਿ ਰਾਸ ਦਾ ਮਤਲਬ ਹੁੰਦਾ ਹੈ ਰਹੁ ਰੀਤ ਜੀਵਨ ਦੀ ਜਿਹੜੀ ਮਰਿਆਦਾ ਹੈ, ਜੀਵਨ ਦਾ ਰਾਸ ਪੂੰਜੀ ਸਰਮਾਇਆ। ਇੱਕ ਰਹਿ ਰਾਸ ਦਾ ਮਤਲਬ ਹੁੰਦਾ ਹੈ ਬੇਨਤੀ ਕਰਨੀ। ਸੰਸਾਰ ਨੇ ਵੇਖਿਆ ਕਿ ਸਮਰੱਥ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੇਲੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਸਿਰ ਨਵਾਇਆ। ਔਰ ਚੇਲੇ ਰਹਿ ਰਾਸ ਕੀ, ਗੁਰੂ ਨੇ ਆਪਣੇ ਚੇਲੇ ਅੱਗੇ ਹੱਥ ਜੋੜ ਕੇ ਨਮਸਕਾਰ ਕਰਕੇ ਸੀਸ ਨਵਾ ਕੇ ਬੇਨਤੀ ਕੀਤੀ। ਤੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਪਦਵੀ ਤੇ ਬਿਰਾਜਮਾਨ ਕਰਕੇ ਮੱਥਾ ਟੇਕਿਆ, ਪਰਿਕਰਮਾ ਕੀਤੀਆਂ,
ਤੇ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਝੋਲੀ ਵਿੱਚ ਪਾਈ ਉਹ ਗੁਰਬਾਣੀ ਦਾ ਖਜ਼ਾਨਾ ਸੀ। ਤੇ ਜ਼ਿੰਮੇਵਾਰੀ ਵੀ ਇਹ ਦਿੱਤੀ ਪੁਰਖਾ, ਅੱਜ ਤੋਂ ਬਾਅਦ ਗੁਰੂ ਕੀ ਬਾਣੀ ਦੀ ਸੰਭਾਲ, ਗੁਰੂ ਕੀ ਬਾਣੀ ਦਾ ਪ੍ਰਚਾਰ, ਇਹ ਸਭ ਤੋਂ ਵੱਡੀ ਤੁਹਾਡੀ ਜ਼ਿੰਮੇਵਾਰੀ ਹੈ। ਤੇ ਅਸੀਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਉਹ ਕਿਹੜੀ ਜੋਤ ਸੀ? ਉਹ ਬਾਣੀ ਦੀ ਜੋਤ ਸੀ, ਸ਼ਬਦ ਦੀ ਜੋਤ ਸੀ, ਗਿਆਨ ਦੀ ਜੋਤ ਸੀ। ਉਹ ਜੋਤ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ, ਗੁਰਬਾਣੀ ਇਸ ਜਗ ਮੈਂ ਚਾਨਣ। ਉਹ ਜੋਤ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਇਹ ਉਹ ਰੱਬੀ ਚਾਨਣ ਸੀ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਾ ਰਤਨ ਪਦਾਰਥ ਲਾਧਾ। ਜਦੋਂ ਗੁਰੂ ਗਿਆਨ ਦਾ ਪ੍ਰਕਾਸ਼ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਕੀਤਾ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ ਨੂੰ ਪੜ੍ਹਿਆ, ਵਿਚਾਰਿਆ ਤੇ 63 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਨੇ ਆਪ ਉਚਾਰਨ ਕੀਤੇ। ਉਹਨਾਂ 63 ਸ਼ਲੋਕਾਂ ਵਿੱਚ ਪਰਮਾਤਮਾ ਦੇ ਵਿਛੋੜੇ ਦਾ ਸੱਲ, ਗੁਰੂ ਤੋਂ ਬੇਮੁਖਤਾਈ ਦੀ ਪੀੜਾ ਦਾ ਜ਼ਿਕਰ ਹੈ। ਉਹਦੇ ਵਿੱਚ ਗੁਰੂ ਦੇ ਮਿਲਾਪ ਦੀ ਤਾਂਘ ਦਾ ਜ਼ਿਕਰ, ਗੁਰੂ ਦੇ ਸੱਚੇ ਪਿਆਰ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ। ਤੇ ਸਾਨੂੰ ਵੀ ਇਹ ਸਮਝਾਉਂਦੇ ਨੇ, ਜਿਸ ਪਿਆਰੇ ਸਿਉ ਨੇ ਤਿਸ ਅੱਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕੈ ਪਾਸ਼ੈ ਜੀ। ਇਹ ਕਨੇਹੀ ਆਸ਼ਕੀ ਦੂਜਾ ਲੱਗਿਆ ਜਾਏ ਵੀ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਦੂਜੇ ਪਾਸੇ ਤੁਰ ਪੈਣਾ, ਇਹ ਗੁਰੂ ਨਾਲ ਸੱਚਾ ਪਿਆਰ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਨੇ ਸਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਸਰੀਰਕ ਮੌਤ ਆਵੇ, ਇਸ ਤੋਂ ਪਹਿਲਾਂ ਆਪਾ ਭਾਵ ਜਿਹੜਾ ਉਹ ਮਾਰ ਲੈਣਾ ਚਾਹੀਦਾ। ਜਿਹੜਾ ਆਪਾ ਭਾਵ ਮਾਰਨਾ ਇਹ ਫਿਰ ਪ੍ਰਮਾਤਮਾ ਵਿੱਚ ਭੇਦਦਾ ਦਿੰਦਾ। ਤੇ ਜੇ ਕਿਸੇ ਨੇ ਪ੍ਰਸ਼ਨ ਕੀਤਾ, ਸਤਿਗੁਰੂ ਜੀ ਆਪਾ ਭਾਵ ਕਿਵੇਂ ਮਾਰਿਆ ਜਾ ਸਕਦਾ? ਅਸੀਂ ਜਿਉਂਦੇ ਜੀ ਆਪਾ ਭਾਵ ਕਿਵੇਂ ਮਾਰ ਸਕਦੇ ਹਾਂ? ਤੇ ਗੁਰੂ ਅੰਗਦ ਦੇਵ ਮਹਾਰਾਜ ਦੇ 63 ਸ਼ਲੋਕਾਂ ਵਿੱਚ ਜ਼ਿਕਰ ਹੈ ਕਿ ਜਿੱਧਰ ਪੈਰ ਚੱਲਣਾ ਚਾਹੁੰਦੇ ਨੇ ਉਧਰੋਂ ਰੋਕ ਲਓ, ਜੋ ਕੰਨ ਚੁਗਲੀ ਨਿੰਦਿਆ ਸੁਣਨਾ ਚਾਹੁੰਦੇ ਨੇ ਉਧਰੋਂ ਰੋਕ ਲਓ, ਅੱਖਾਂ ਜੋ ਵੇਖਣਾ ਚਾਹੁੰਦੀਆਂ ਨੇ ਉਧਰੋਂ ਰੋਕ ਲਵੋ, ਹੱਥ ਜੋ ਪਰਾਇਆ ਹੱਕ ਚਰਾਉਣਾ ਚਾਹੁੰਦੇ ਨੇ ਉਧਰੋਂ ਰੋਕ ਲਵੋ। ਜਦੋਂ ਇਵੇਂ ਹੱਥਾਂ ਪੈਰਾਂ ਕੰਨਾਂ ਅੱਖਾਂ ਨੂੰ ਉਧਰੋਂ ਰੋਕ ਕੇ ਚਰਨ ਚਲੋ ਮਾਰਗ ਗੋਬਿੰਦ, ਜਾਂ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸਰਵਣੋ ਮੇਰਿਓ ਸਾਚੈ ਸੁਣਨਾ ਨੋ ਪਠਾਏ। ਤੇ ਜਦੋਂ ਅਸੀਂ ਆਪਣੇ ਹੱਥਾਂ ਪੈਰਾਂ ਨੂੰ ਮੰਦੇ ਪਾਸੇ ਤੋਂ ਮੋੜ ਕੇ ਚੰਗੇ ਪਾਸੇ ਤੋਰ ਲਵਾਂਗੇ, ਇਹ ਆਪਣੇ ਆਪ ਨੂੰ ਜਿਉਂਦਿਆਂ ਮਾਰਨ ਦੇ ਬਰਾਬਰ। ਇਹ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ ਨੇ ਕਿ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਕਿੰਨਾ ਸੌਖਾ ਤਰੀਕਾ ਰੱਬ ਨੂੰ ਮਿਲਣ ਦਾ, ਬੜਾ ਸੌਖਾ ਤਰੀਕਾ ਹੈ। ਸਾਹਿਬ ਕਹਿੰਦੇ ਜਦੋਂ ਇਵੇਂ ਆਪਣੇ ਕਰਮ ਇੰਦਰੀ, ਗਿਆਨ ਇੰਦਰੀ ਆਪਣੇ ਕਾਬੂ ਵਿੱਚ ਕਰ ਲਓ। ਬਾਬਾ ਫਰੀਦ ਜੀ ਦੇ ਬਚਨ ਨੇ, ਕਿਉਂਕਿ ਜਦੋਂ ਆਪਾਂ ਇਹਨਾਂ ਮਹਾਂਪੁਰਖਾਂ ਦਾ ਜ਼ਿਕਰ ਕਰਾਂਗੇ ਤੇ ਬਾਬਾ ਫਰੀਦ ਜੀ ਦੇ ਬਚਨ ਨੇ, ਆਜ ਮਲਾਵਾ ਸ਼ੇਖ ਫਰੀਦ ਤਾਕਮ ਪੂੰਜੜੀਆਂ ਮਨੋ ਮਚਿੰਦੜੀ। ਬਾਬਾ ਫਰੀਦ ਜੀ ਕਹਿੰਦੇ ਤੇਰਾ ਅੱਜ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ, ਵਰਤਮਾਨ ਵਿੱਚ ਤੂੰ ਰੱਬ ਨੂੰ ਮਿਲ ਸਕਦਾ ਹੈ, ਇਸ ਮਨੁੱਖਾ ਜੀਵਨ ਦੇ ਵਿੱਚ ਤੇਰਾ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ। ਇੱਕ ਕੰਮ ਕਰ ਲਈ, ਕਿਹੜਾ? ਤਾਕਮ ਪੂੰਜੜੀਆਂ। ਆ ਜਿਹੜੀਆਂ ਪੂੰਜੜੀਆਂ ਨੇ, ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੇ, ਇਹਨਾਂ ਨੂੰ ਰੋਕ ਕੇ ਰੱਖ। ਮਨੋ ਮਚਿੰਦੜੀਆਂ, ਜਿਹੜੀਆਂ ਤੇਰੇ ਮਨ ਨੂੰ ਮਚਾਉਣ ਵਾਲੀਆਂ ਨੇ। ਆ ਦੁਨਿਆਵੀ ਤੌਰ ਤੇ ਕਿਸੇ ਜਗ੍ਹਾ ਤੇ ਅੱਗ ਲੱਗ ਜਾਵੇ ਤੇ ਆਪਾਂ ਕਹਿੰਦੇ ਆ ਵੇਖੋ ਜੀ ਸਾਰਾ ਕੁਝ ਸੜ ਕੇ ਮੱਚ ਗਿਆ, ਪਰ ਅੰਦਰ ਅੱਗ ਕਦੋਂ ਲੱਗਦੀ ਹੈ? ਜਦੋਂ ਬੰਦਾ ਆਪਣੇ ਤੇ ਕਾਬੂ ਨਹੀਂ ਰੱਖਦਾ, ਇਹਦੇ ਗਿਆਨ ਇੰਦਰੀ, ਇਹਦੇ ਕਰਮ ਇੰਦਰੀ ਇਹਨੂੰ ਅੰਦਰੋਂ ਸਾੜਦੇ। ਤੇ ਬਾਬਾ ਫਰੀਦ ਜੀ ਨੇ ਇਹ ਜ਼ਿਕਰ ਕੀਤਾ, ਕਹਿਣ ਲੱਗੇ ਆਜ ਮਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ
ਮਨੋ ਮਚਿੰਦੜੀਆਂ, ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆ ਲੱਗ ਨਾ ਆਪ ਮਝਾਈਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ। ਕਿਉਂਕਿ ਜਿੱਥੇ 1173 ਵਿੱਚ ਭਗਤ ਜੈਦੇਵ ਜੀ ਪਹਿਲੇ ਬਾਣੀਕਾਰ ਨੇ, ਉੱਥੇ 1175 ਦੇ ਵਿੱਚ ਬਾਬਾ ਫਰੀਦ ਜੀ ਇਹ ਦੂਜੇ ਬਾਣੀਕਾਰ ਨੇ। 15 ਭਗਤਾਂ ਵਿੱਚੋਂ ਦੂਜੀ ਥਾਂ ਬਾਬਾ ਫਰੀਦ ਜੀ ਦੀ ਹੈ। ਕਿਉਂਕਿ ਜਦੋਂ ਆਪਾਂ ਇਤਿਹਾਸ ਵਾਲੇ ਪਾਸੇ ਤੁਰਾਂਗੇ ਤੇ ਫਿਰ ਸਾਨੂੰ ਇਹ ਸਮਝਣਾ ਪਵੇਗਾ ਕਿ 1173 ਤੋਂ ਲੈ ਕੇ 1675 ਤੱਕ ਕਿੰਨੀ ਵੱਡੀ ਬਖਸ਼ਿਸ਼ ਸਾਡੇ ਤੇ ਸਤਿਗੁਰਾਂ ਨੇ ਕੀਤੀ। ਹੁਣ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ 63 ਸ਼ਲੋਕ ਉਚਾਰਨ ਕੀਤੇ, ਉਹਨਾਂ ਕੋਲ ਗੁਰੂ ਨਾਨਕ ਸਾਹਿਬ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ, ਉਹਨਾਂ ਦਿਨਾਂ ਵਿੱਚ ਸਿੱਧ ਮੰਡਲੀ ਪਰਬਤਾਂ ਤੋਂ ਉਤਰ ਕੇ ਮੈਦਾਨੀ ਇਲਾਕੇ ਵਿੱਚ ਵਿਚਰ ਰਹੀ ਸੀ। ਤੇ ਜਦੋਂ ਉਹਨਾਂ ਨੇ ਇਹ ਸੁਣਿਆ ਨਾ ਵੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਵੀ ਝੁਕ ਗਏ, ਕੋਈ ਵਲੀ ਸ਼ਲੀ ਕੋਈ ਸਿੱਧ ਸਿੱਧੀ ਉਹਨਾਂ ਦੇ ਅੱਗੇ ਅੜ ਨਾ ਸਕਿਆ। ਇੱਥੇ ਤੱਕ ਕਿ ਗੜ ਬਗਦਾਦ ਨਵਾਏ ਕੈ ਮੱਕਾ ਮਦੀਨਾ ਸਭੇ ਨਵਾਇਆ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤੁਸੀਂ ਨਹੀਂ ਕਹਿ ਦਿਆ ਕਰੋ, ਕਿਉਂਕਿ ਜੇ ਜੋਗੀਆਂ ਨੇ ਕਿਹਾ ਤੇ ਤੁਹਾਡਾ ਗੁਰੂ ਕਿੱਡਾ ਵੱਡਾ ਹੋਊਗਾ, ਕਿੱਡੀ ਵਡਿਆਈ ਹੈ ਗੁਰੂ ਦੀ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ। ਤੇ ਸਿੱਧੇ ਸੋਚਣ ਲੱਗੇ ਵੀ ਜਿਸ ਗੁਰੂ ਨਾਨਕ ਸਾਹਿਬ ਦੇ ਅੱਗੇ ਅਸੀਂ ਸਾਰੇ ਝੁਕੇ ਹਾਂ, ਅਸੀਂ ਸੁਣਿਆ ਕਿ ਉਸ ਗੁਰੂ ਨਾਨਕ ਸਾਹਿਬ ਨੇ ਆਪਣਾ ਸੀਸ ਗੁਰੂ ਅੰਗਦ ਦੇਵ ਜੀ ਦੇ ਅੱਗੇ ਝੁਕਾ ਦਿੱਤਾ। ਚਲੋ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਆਈਏ। ਉਹਨਾਂ ਨੇ ਜਦੋਂ ਦਰਸ਼ਨ ਕਰਨ ਵਾਸਤੇ ਆਉਣਾ ਕੀਤਾ ਤੇ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਇੱਕ ਪ੍ਰਸ਼ਨ ਕਰ ਦਿੱਤਾ। ਉਹ ਪ੍ਰਸ਼ਨ ਇਹ ਸੀ ਕਿ ਜਦੋਂ ਇਸ ਦੁਨੀਆ ਦੇ ਵਿੱਚ ਧਾਰਮਿਕ ਰਹਿਬਰ, ਧਾਰਮਿਕ ਉਪਦੇਸ਼ ਤੇ ਧਾਰਮਿਕ ਸਥਾਨ ਪਹਿਲਾਂ ਮੌਜੂਦ ਸੀ, ਤੇ ਫਿਰ ਗੁਰੂ ਕੀ ਬਾਣੀ ਦੀ ਕੀ ਲੋੜ ਪੈ ਗਈ। ਇਹ ਗੁਰੂ ਅੰਗਦ ਦੇਵ ਜੀ ਨੇ ਬੜੇ ਪਿਆਰ ਨਾਲ ਸਮਝਾਇਆ। ਕਹਿਣ ਲੱਗੇ ਸਾਰੇ ਧਰਮ ਸਥਾਨ, ਸਾਰੇ ਧਾਰਮਿਕ ਰਹਿਬਰ, ਸਾਰੇ ਧਰਮ ਉਪਦੇਸ਼ ਮਨੁੱਖੀ ਕਲਿਆਣ ਵਾਸਤੇ ਸਾਰਥਕ ਨੇ, ਪਰ ਜਿਹੜਾ ਪ੍ਰਸ਼ਨ ਤੁਸੀਂ ਕੀਤਾ ਵੀ ਗੁਰੂ ਕੀ ਬਾਣੀ ਦੀ ਕੀ ਲੋੜ ਪੈ ਗਈ, ਸਭ ਕਹਿਣ ਲੱਗੇ ਜਿੱਥੇ ਉਹ ਰੁਕੇ ਸਨ ਗੁਰੂ ਕੀ ਬਾਣੀ ਉੱਥੋਂ ਅੱਗੇ ਫਿਰ ਸ਼ੁਰੂ ਕਰਦੀ। ਉਹ ਕਹਿਣ ਲੱਗੇ ਜੀ ਰੁਕੇ ਕਿੱਥੇ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਜਿੰਨੇ ਹੁਣ ਤੱਕ ਧਾਰਮਿਕ ਗ੍ਰੰਥ ਨੇ, ਜਿੰਨਾ ਉਪਦੇਸ਼ ਹੈ, ਉਹਦਾ ਤੱਤ ਭਾਵ ਇਹੀ ਹੈ ਨਾ ਵੀ ਉਹਨਾਂ ਵਿੱਚ ਲਿਖਿਆ ਹੋਇਆ ਜੇ ਪਾਪ ਕਰੋਗੇ ਤੇ ਨਰਕ ਮਿਲੇਗਾ, ਜੇ ਪੁੰਨ ਕਰੋਗੇ ਤੇ ਸਵਰਗ ਮਿਲੇਗਾ, ਜੇ ਕਿਸੇ ਨੂੰ ਕੁਝ ਦਓਗੇ ਫਿਰ ਲੈਣਾ ਪਵੇਗਾ, ਜੇ ਕਿਸੇ ਤੋਂ ਕੁਝ ਲੈ ਕੇ ਮੁੱਕਰ ਗਏ ਆ ਤੇ ਫਿਰ ਦੇਣਾ ਪਵੇਗਾ। ਇਸ ਤੋਂ ਅੱਗੇ ਪਰਮਾਤਮਾ ਦੇ ਮਿਲਾਪ ਦੀ ਗੱਲ ਕਿਸੇ ਗ੍ਰੰਥ ਵਿੱਚ ਲਿਖੀ ਹੋਏ ਤੇ ਸਾਨੂੰ ਦੱਸਣਾ। ਜੋਗੀ ਨਿਰੁੱਤਰ ਹੋ ਗਏ। ਸਭ ਕਹਿਣ ਲੱਗੇ ਸ਼ਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਗੁਰੂ ਕੀ ਬਾਣੀ ਜਿੱਥੇ ਇਹ ਜਾ ਕੇ ਖੜੋ ਜਾਂਦੇ ਨੇ ਉੱਥੋਂ ਅੱਗੇ ਦੀ ਗੱਲ ਕਰਦੀ ਹੈ। ਗੁਰੂ ਕੀ ਬਾਣੀ ਸਾਹਿਬ ਕਹਿਣ ਲੱਗੇ ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ। ਮ੍ਰਿਤ ਦਾ ਅਰਥ ਹੁੰਦਾ ਮੌਤ, ਤੇ ਐੜਾ ਅੱਗੇ ਲੱਗ ਜਾਵੇ ਅੰਮ੍ਰਿਤ ਜੀਵਨ। ਗੁਰੂ ਕੀ ਬਾਣੀ ਸਾਨੂੰ ਜੀਵਨ ਜਿਉਣ ਦਾ ਢੰਗ ਦੱਸਦੀ ਹੈ, ਵੇ ਆਫ ਲਾਈਫ। ਅੰਮ੍ਰਿਤ ਬਾਣੀ ਤਤ ਬਖਾਣੀ, ਇਹ ਤਤ ਦੀ ਵਿਆਖਿਆ ਕਰਦੀ ਹੈ। ਤੇ ਜਿਨ੍ਹਾਂ ਗ੍ਰੰਥਾਂ ਦੀ ਤੁਸੀਂ ਗੱਲ ਕਰਦੇ ਹੋ, ਜਿਵੇਂ ਗੁਰੂ ਅਮਰਦਾਸ ਜੀ ਦੇ ਵਚਨ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ। ਉਹ ਪੁੰਨ ਪਾਪ ਦੀ ਵਿਚਾਰਤਾ ਕਰਦੇ ਨੇ, ਨਰਕ ਸੁਰਗ ਦੀ ਵਿਚਾਰਤਾ ਕਰਦੇ ਨੇ, ਪਰ ਤਤ ਦੀ ਗੱਲ ਨਹੀਂ ਕਰਦੇ। ਇਹ ਤਤ ਕੀ ਹੈ? ਤਤ ਹੈ ਸਾਡਾ ਮੂਲ ਪਰਮਾਤਮਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਇਸੇ ਲਈ ਸਤਿਗੁਰੂ ਜੀ ਨੇ ਜਦੋਂ ਤਤ ਦੀ ਗੱਲ ਸਮਝਾਉਣੀ ਸੀ ਤੇ ਉਦਾਹਰਨ ਬੜੀ ਵਧੀਆ ਦਿੱਤੀ। ਪੰਡਤ ਜੀ, ਜੇ ਤੇ ਦਹੀਂ ਨੂੰ ਰਿੜਕੋਗੇ
ਤੇ ਵਿੱਚੋਂ ਮੱਖਣ ਨਿਕਲੇਗਾ। ਤੇ ਜੇ ਪਾਣੀ ਨੂੰ ਰਿੜਕਣ ਵਾਸਤੇ ਮਧਾਣੀ ਪਾ ਲਈ, ਸਾਰੀ ਉਮਰ ਰਿੜਕੀ ਜਾਇਓ, ਪਾਣੀ ਵਿੱਚੋਂ ਤੱਤ ਮੱਖਣ ਨਹੀਂ ਜੇ ਨਿਕਲ। ਇਹ ਬਾਣੀ ਦੇ ਵਚਨ ਨੇ। ਪੰਡਤ ਦਹੀਂ ਬਲੋਈਆ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਏਹਾ ਵਤ। ਗੁਰੂ ਅੰਗਦ ਦੇਵ ਮਹਾਰਾਜ ਦੇ ਜਿਹੜੇ 63 ਸ਼ਲੋਕ ਉਹਨਾਂ ਵਿੱਚ ਇਹ ਜ਼ਿਕਰ ਹੈ। ਪਹਿਲੀਆਂ 2 ਤੁਕਾਂ ਵਿੱਚ ਉਹਨਾਂ ਦਾ ਉੱਤਰ ਦਿੱਤਾ ਕਿ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਤੇ ਅੱਗੇ ਫਿਰ ਬਾਣੀ ਦੀ ਵਿਸ਼ੇਸ਼ਤਾ ਦੱਸੀ, ਕਹਿਣ ਲੱਗੇ ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਉਹ ਗਿਆਨ ਸਾਨੂੰ ਬਖਸ਼ਿਸ਼ ਕਰਦੀ ਜਿਹਦੇ ਨਾਲ ਮਨੁੱਖ ਨੂੰ ਆਪਾ ਪੜਚੋਲ ਕਰਨ ਦਾ ਜਿਹੜਾ ਉਪਦੇਸ਼ ਹੈ ਉਹ ਪ੍ਰਾਪਤ ਹੁੰਦਾ ਹੈ। ਤੇ ਜਿਹੜਾ ਧਿਆਨ, ਜਿਹੜੀ ਲਿਵ ਸਾਡੀ ਟੁੱਟ ਜਾਂਦੀ ਹੈ, ਫਿਰ ਉਹ ਧਿਆਨ ਜੁੜ ਸਕੇ, ਗਿਆਨ ਧਿਆਨ ਵਿੱਚ ਆਈ। ਇਸੇ ਕਰਕੇ ਪ੍ਰਮਾਤਮਾ ਦਾ ਇਹ ਵੀ ਬਿਰਦ ਹੈ, ਟੂਟੀ ਗਾਂਢਨ ਹਾਰ ਗੋਪਾਲ। ਜਦੋਂ ਸਾਡੀ ਮਾਲਕ ਨਾਲੋਂ ਟੁੱਟ ਜਾਂਦੀ ਹੈ ਨਾ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਸਾਡੀ ਮਾਲਕ ਨਾਲੋਂ ਟੁੱਟ ਜਾਂਦੀ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਤੇ ਮਾਲਕ ਕਿਰਪਾ ਕਰਕੇ ਫਿਰ ਉਸ ਟੁੱਟੀ ਹੋਈ ਲਿਵ ਨੂੰ ਜਦੋਂ ਆਪਣੇ ਨਾਲ ਜੋੜਦਾ ਹੈ ਨਾ, ਕਹਿੰਦੇ ਬਾਣੀ ਵਿੱਚ ਇਹ ਢੰਗ ਤਰੀਕੇ ਦੱਸੇ ਨੇ। ਇਸ ਕਰਕੇ ਗੁਰੂ ਕੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਭਗਤ ਸਾਹਿਬਾਨ ਦੀ ਬਾਣੀ ਤੇ ਆਪਣੇ 63 ਸ਼ਲੋਕ, ਸਮੁੱਚੀ ਬਾਣੀ ਦਾ ਖਜ਼ਾਨਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ, ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਰੀਰਕ ਉਮਰ ਤਕਰੀਬਨ ਲਗਭਗ 74 ਸਾਲ ਦੀ ਸੀ। 62 ਸਾਲ ਦੀ ਉਮਰ ਤੱਕ ਬਾਬਾ ਅਮਰਦਾਸ ਜੀ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਸਨ। ਨਾ ਮਨ ਟਿਕਿਆ, ਨਾ ਅੰਦਰ ਦੀ ਪਵਿੱਤਰਤਾ ਪ੍ਰਾਪਤ ਹੋਈ। ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤੇ ਕੀ ਵੇਖਿਆ ਵੀ ਇੱਥੇ ਤਾਂ ਸ਼ਬਦ ਦੇ ਜਲ ਦੀ ਵਰਖਾ ਹੋ ਰਹੀ ਹੈ, ਇੱਥੇ ਤਾਂ ਮਾਲਕ ਦੀ ਸਿਫਤ ਸਲਾਹ ਗਾਇਨ ਕੀਤੀ ਜਾ ਰਹੀ ਹੈ। ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟਿਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇੱਥੇ ਆ ਕੇ ਪਤਾ ਲੱਗਾ 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਈ। ਤੇ ਜਦੋਂ 68 ਤੀਰਥਾਂ ਦਾ ਇਸ਼ਨਾਨ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਵਿੱਚੋਂ ਕਰਵਾ ਦਿੱਤਾ, ਤੇ ਬਾਬਾ ਅਮਰਦਾਸ ਜੀ ਨੇ 12 ਸਾਲ ਬਜ਼ੁਰਗ ਅਵਸਥਾ ਵਿੱਚ ਕੁੜਮਾਚਾਰੀ ਹੁੰਦਿਆਂ ਵੀ ਤਿਸ ਗੁਰ ਕੇ ਗਿਰੇ ਢੋਵੋਂ ਪਾਣੀ ਤੇ ਮਹਾਵਾਕ ਅਨੁਸਾਰ ਜਦੋਂ ਸੇਵਾ ਕੀਤੀ, ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 74 ਸਾਲ ਦੀ ਉਮਰ ਵਿੱਚ ਜਾ ਕੇ ਜਦੋਂ ਉਹਨਾਂ ਤੇ ਬਖਸ਼ਿਸ਼ ਕੀਤੀ, ਤੇ ਸਾਰਾ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਝੋਲੀ ਵਿੱਚ ਪਾਇਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਫਿਰ ਇਹ ਬਚਨ ਉਚਾਰਨ ਹੋਏ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿ ਉਵੇਂ 74 ਸਾਲ 8ਵਾਂ ਦਹਾਕਾ ਬੁਢਾਪੇ ਕਰਕੇ ਬੜਾ ਦੁਖਦਾਈ ਜੇ, ਪਰ ਜਦੋਂ ਗੁਰੂ ਕਿਰਪਾ ਕਰ ਦਿੰਦਾ ਫਿਰ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜਦੋਂ ਸੁਰਤ ਜੁੜ ਗਈ ਤੇ ਸੱਚਮੁੱਚ 74 ਸਾਲ ਦੀ ਉਮਰ ਵਿੱਚ ਵੀ ਉਹ ਆਨੰਦ ਮਿਲ ਗਿਆ ਜਿਹੜਾ ਆਨੰਦ ਸਦਾ ਕਾਇਮ ਰਹਿਣ ਵਾਲਾ ਹੈ। ਤੇ ਸਤਿਗੁਰਾਂ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਹੀ ਜ਼ਿਕਰ ਕੀਤਾ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਨ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗਰੀਬ ਨਵਾਜ ਜੀ ਨੇ ਜਦੋਂ ਗੁਰੂ ਕੀ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ 22 ਮੰਜੀਆਂ 22 ਮੇਲ ਪ੍ਰਚਾਰਕ ਥਾਪੇ, 52 ਪੀੜੇ ਮਾਵਾਂ ਭੈਣਾਂ ਨੂੰ ਬਖਸ਼ਿਸ਼ ਕੀਤੇ। ਕਿਉਂਕਿ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਬੀਬੀ ਅਮਰੋ ਜੋ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸੀ, ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ,
ਉਹਨਾਂ ਦਾ ਬੜਾ ਪ੍ਰਭਾਵ ਸੀ। ਜਦੋਂ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਿਆ, ਗੁਰੂ ਕੀ ਬਾਣੀ ਦਾ ਸ਼ਬਦ ਗਾਇਨ ਕੀਤਾ ਤੇ ਉਸ ਸ਼ਬਦ ਨੂੰ ਸੁਣ ਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਸੀ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਮੇਲ ਪ੍ਰਚਾਰਕਾਂ ਨੂੰ 22 ਮੰਜੀਆਂ ਤੇ 20 ਮੇਲ ਮਾਵਾਂ ਭੈਣਾਂ ਨੂੰ 52 ਪੀੜੇ ਬਖਸ਼ਿਸ਼ ਕੀਤੇ ਸਨ ਕਿ ਤੁਸੀਂ ਵੀ ਪ੍ਰਚਾਰ ਖੇਤਰ ਦੇ ਵਿੱਚ ਜਾਓ ਤਾਂ ਕਿ ਬਹੁਤ ਸਾਰੇ ਭਟਕੇ ਹੋਏ ਲੋਕ ਸੱਚੇ ਗੁਰੂ ਦੇ ਨਾਲ ਜੁੜ ਸਕਣ। ਜੇ ਅਕਬਰ ਦਰਸ਼ਨ ਕਰਨ ਆਉਂਦਾ ਹੈ, ਆ ਕੇ ਕਹਿੰਦਾ ਕੋਈ ਸੇਵਾ ਦੱਸੋ, ਤੇ ਸਾਹਿਬ ਕਹਿੰਦੇ ਆ ਲੰਗਰਾਂ ਦੀ ਸੇਵਾ ਤਾਂ ਹਰ ਕੋਈ ਕਰ ਸਕਦਾ ਹੈ, ਜੇ ਤੂੰ ਸੇਵਾ ਕਰਨੀ ਹੈ ਤੇ ਫਿਰ ਕਾਨੂੰਨ ਰਾਹੀਂ ਕਰ। ਜਿਹੜੀਆਂ ਮਾਵਾਂ ਭੈਣਾਂ ਵਿਧਵਾ ਹੋ ਜਾਂਦੀਆਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਵੀ ਤੁਹਾਨੂੰ ਜਿਉਣ ਦਾ ਹੱਕ ਕੋਈ ਨਹੀਂ। ਉਹਨਾਂ ਨੂੰ ਬਲ ਦੀ ਚਿਖਾ ਵਿੱਚ ਢੋਲ ਵਜਾਉਂਦਿਆਂ, ਸ਼ੋਰ ਪਾਉਂਦਿਆਂ ਪਹਿਲੀ ਗੱਲ ਤੇ ਆਪ ਹੀ ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਵੀ ਤੂੰ ਛਾਲ ਮਾਰ ਕੇ ਪਤੀ ਨਾਲ ਸੜ ਕੇ ਸਤੀ ਹੋ, ਤੇ ਜੇ ਕੋਈ ਨਾ ਹੋਵੇ ਤੇ ਫਿਰ ਲੋਕੀ ਚੁੱਕ ਕੇ ਉਹਨੂੰ ਚਿਖਾ ਦੇ ਵਿੱਚ ਸਾੜ ਦਿੰਦੇ ਸਨ। ਸਾਹਿਬ ਕਹਿਣ ਲੱਗੇ ਸਤੀ ਪ੍ਰਥਾ ਤੇ ਰੋਕ ਲਾਓ। ਅਕਬਰ ਨੇ ਕਾਨੂੰਨ ਬਣਾਇਆ ਸੀ ਤੇ ਸਤੀ ਪ੍ਰਥਾ ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਰੋਕ ਲਾਈ ਸੀ ਕਿ ਜਿਵੇਂ ਕਿਸੇ ਪਤੀ ਦੀ ਪਤਨੀ ਚੜ੍ਹਾਈ ਕਰ ਜੇ ਤੇ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਪਤਨੀ ਪਾ ਗਿਆ, ਆ ਪਤਨੀ ਦਾ ਸੰਸਕਾਰ ਹੋਣ ਲੱਗਾ, ਤੂੰ ਜਿਉਂਦੇ ਰਹਿ ਕੇ ਕੀ ਕਰਨਾ, ਤੂੰ ਵੀ ਅੱਗ ਵਿੱਚ ਛਾਲ ਮਾਰਦੀ ਦੇ ਨਾਲ ਸੜ ਕੇ ਸਤੀ ਹੋ। ਵੀ ਇਹ ਗੱਲ ਔਰਤ ਨੂੰ ਕਿਉਂ ਕਹੀ ਜਾਂਦੀ ਹੈ? ਔਰਤ ਨੂੰ ਕਿਹਾ ਜਾਂਦਾ ਹੈ ਬੰਦੇ ਖਾਣੀ ਹੈ ਜੀ, ਇਹਨੂੰ ਜਿਉਣ ਦਾ ਹੱਕ ਕੋਈ ਨਹੀਂ। ਇਹ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਉਪਕਾਰ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮੁੱਚਾ ਬਾਣੀ ਦਾ ਖਜ਼ਾਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਕਹਿ ਕੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ। ਸਗੋਂ 4 ਲਾਵਾਂ ਦਾ ਪਾਠ ਉਚਾਰਨ ਕਰਕੇ ਸਿੱਖਾਂ ਦੇ ਨਿਆਰੇ ਹੋਣ ਤੇ ਪੱਕੀ ਮੋਹਰ ਲਾ ਲਈ ਵੀ ਜਿਵੇਂ ਮੁਸਲਮਾਨ ਨਿਕਾਹ ਕਰਦੇ ਨੇ, ਹਿੰਦੂ ਵੇਦ ਮੰਤਰ ਪੜ੍ਹਦੇ, ਪਰ ਗੁਰੂ ਨਾਨਕ ਦੇ ਸਿੱਖ ਇਹਨਾਂ ਵਾਸਤੇ ਬਾਣੀ ਹੀ ਸਭ ਕੁਝ ਹੈ। ਇਹ ਬਾਣੀ ਨਾਲ ਪ੍ਰਕਰਮਾ ਕਰਕੇ ਲਾਵਾਂ ਦਾ ਪਾਠ ਪੜ੍ਹ ਕੇ ਆਨੰਦ ਕਾਰਜ ਕਰਾਉਣਗੇ ਤੇ ਫਿਰ ਵਿਆਹ ਦੀ ਮਰਿਆਦਾ ਜਿਹੜੀ ਆ ਉਹ ਸੰਪੰਨ ਹੋਊਗੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ ਗੁਰਦੁਆਰਾ ਲਾਵਾਂ ਸਾਹਿਬ ਸਿੱਖਾਂ ਦੇ ਨਿਆਰੇ ਮਨ, ਸਿੱਖਾਂ ਦੀ ਵੱਖਰੀ ਹੋਂਦ ਅੱਜ ਵੀ ਮੂੰਹੋਂ ਬੋਲ ਕੇ ਹੋਕਾ ਦੇ ਰਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਗਰੀਬ ਨਵਾਜ ਨੇ ਇਹ ਕਿਰਪਾ ਕੀਤੀ ਸੀ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੱਖ ਪੁੱਛਦੇ, ਸਤਿਗੁਰੂ ਜੀ ਜੇ ਕਿਤੇ ਬਾਣੀ ਪਾਠ ਨੂੰ ਚਿੱਤ ਨਾ ਕਰੇ ਤੇ ਫਿਰ ਕੀ ਕਰਨਾ ਚਾਹੀਦਾ? ਤੇ ਗੁਰੂ ਰਾਮਦਾਸ ਜੀ ਨੇ ਅੱਗੋਂ ਇਹ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਜਿਹੜੇ ਘਰ ਦੇ ਕੰਮ ਕਾਜ ਕਰਦੇ ਹੋ, ਜੇ ਉਹ ਕਰਨ ਨੂੰ ਚਿੱਤ ਨਾ ਕਰੇ ਤੇ ਫਿਰ ਕੀ ਕਰਦੇ ਹੋ? ਜਿਵੇਂ ਅੱਜ ਕੋਈ ਬੰਦਾ ਕਵੇ ਵੀ ਮੈਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਪੜ੍ਹ ਸਕਦਾ, ਵੀ ਮੇਰੀ ਨਜ਼ਰ ਘੱਟ ਹੈ, ਤੁਹਾਨੂੰ ਕਹੀਏ ਵੀ ਆ ਸਵੇਰ ਦਾ ਅਖਬਾਰ ਪੜ੍ਹੀ ਜਾਂਦਾ, ਆ ਸਵੇਰ ਦਾ ਤੂੰ ਮੈਗਜ਼ੀਨ ਹੱਥ ਵਿੱਚ ਪੜ੍ਹਿਆ ਹੋਇਆ, ਇਵੇਂ ਤੂੰ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰ। ਜੇ ਕਵੇ ਵੀ ਮੇਰੇ ਕੋਲ ਸਤਸੰਗ ਵਿੱਚ ਨਹੀਂ ਬੈਠਾ ਜਾਂਦਾ, ਉਹਨੂੰ ਕਿਹਾ ਕਰੋ ਕਿ 4 ਘੰਟੇ ਤੈਨੂੰ ਹੋ ਗਏ ਮੁੱਢ ਚਰਚਾ ਕਰਦਿਆਂ ਨੂੰ, ਇੱਥੇ ਤੈਨੂੰ ਥੱਕਾ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਘਰ ਦੇ ਕੰਮ ਕਾਜ ਕਿੱਦਾਂ ਕਰਦੇ ਹੋ? ਕਹਿੰਦੇ ਜੀ ਉਹਨਾਂ ਤੋਂ ਬਿਨਾਂ ਸਰਦਾ ਨਹੀਂ, ਜੇ ਚਿੱਤ ਨਾ ਵੀ ਕਰੇ ਤੇ ਫਿਰ ਵੀ ਕਰਨਾ ਪੈਂਦਾ। ਕਿ ਗੁਰੂ ਰਾਮਦਾਸ ਮਹਾਰਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਅੱਜ ਤੋਂ ਬਾਅਦ ਇਹ ਪੱਕਾ ਹੀ ਸਮਝ ਲਓ ਕਿ ਬਾਣੀ ਤੋਂ ਬਿਨਾਂ ਸਰਦਾ ਨਹੀਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਅੱਜ ਤੋਂ ਬਾਅਦ ਇਹ ਪੱਕਾ ਹੀ ਸਮਝ ਲਓ ਕਿ ਬਾਣੀ ਤੋਂ ਬਿਨਾਂ ਨਹੀਂ ਸਰਨਾ। ਜੇ ਚਿੱਤ ਨਾ ਵੀ ਕਰੇ ਤੇ ਫਿਰ ਵੀ ਗੁਰੂ ਕੀ ਬਾਣੀ ਪੜੋ। ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ। ਤਥਾ ਪਿਆਰ ਧਰੋ ਗੁਰਬਾਣੀ, ਪਠਨ ਸੁਨਨ ਕੀਚੈ ਰੁਚ ਠਾਨੀ। ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾ। ਧਰਿਓ ਅਰਥ ਜੋ ਸ਼ਬਦ ਬੁਝਾਰਾ, ਬਾਰ ਬਾਰ ਗੁਰ ਕਰੋ ਵਿਚਾਰਾ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੀ ਧਰ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਸਾਰਾ ਬਾਣੀ
ਬਾਣੀ ਦਾ ਖਜ਼ਾਨਾ ਬਖਸ਼ਿਸ਼ ਹੋਇਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਨਾਨਾ ਗੁਰੂ ਦੀ ਸੰਗਤ ਕੀਤੀ, ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਬੀਬੀ ਭਾਨੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਗਤ ਉਹਨਾਂ ਨੂੰ ਪ੍ਰਾਪਤ ਸੀ। ਤੈ ਜਨਮਤ ਗੁਰਮਤ ਬ੍ਰਹਮ ਪਛਾਣ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਖ ਰਹੇ ਸਨ ਵੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਬੁਨਿਆਦ ਹੈ, ਮੋੜੀ ਗੱਡੀ ਉਹ ਗੁਰੂ ਅਮਰਦਾਸ ਜੀ ਨੇ ਗੱਡੀ। ਗੁਰੂ ਅਮਰਦਾਸ ਜੀ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਗੁਰੂ ਰਾਮਦਾਸ ਜੀ ਨੇ ਵਸਾਇਆ। 52 ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਕਿਰਤੀ ਲੋਕਾਂ ਨੂੰ ਲਿਆ ਕੇ ਉੱਥੇ ਵਸਾਉਣਾ ਕੀਤਾ। 52 ਟ੍ਰੇਡਸ, ਕੋਈ ਸੁਨਿਆਰ ਹੈ, ਕੋਈ ਉੱਥੇ ਲੋਹਾਰ ਹੈ, ਕੋਈ ਠਠਿਆਰ ਹੈ। ਜਦੋਂ ਗੁਰੂ ਬਾਜ਼ਾਰ ਵਾਲੇ ਪਾਸੇ ਜਾਓ ਤੇ 52 ਕਿੱਤੇ ਜਿਹੜੇ ਸਨ ਉਹ ਵੱਖ-ਵੱਖ ਕਿੱਤਾਕਾਰ ਲਿਆ ਕੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਵਸਾਇਆ ਸੀ। ਇਹ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਵੀ ਜਿੱਥੇ ਆਪਾਂ ਰਹਿੰਦੇ ਇਹ ਨਾ ਕਿਹਾ ਕਰੀਏ ਵੀ ਜਿਹੜਾ ਕੰਮ ਆਪਾਂ ਕਰਦੇ ਹਾਂ ਵੀ ਜੇ ਆਪਾਂ ਅਫਸਰ ਹਾਂ ਤੇ ਸਾਡਾ ਗੁਆਂਢੀ ਵੀ ਅਫਸਰ ਹੀ ਹੋਣਾ ਚਾਹੀਦਾ। ਸਾਹਿਬ ਨੇ 52 ਕਿੱਤਿਆਂ ਦੇ ਲੋਕ ਲਿਆ ਕੇ ਵਸਾਏ ਸਨ। ਤੇ ਆਪਣੇ ਆਸ-ਪਾਸ ਕਦੇ ਇਹ ਨਾ ਸੋਚਿਆ ਕਰੋ ਤੁਹਾਡੇ ਆਸ-ਪਾਸ ਰਹਿਣ ਵਾਲਾ ਤੁਹਾਡੇ ਤੋਂ ਅਮੀਰ ਹੋਵੇ, ਗਰੀਬ ਹੋਵੇ, ਉਹਦੀ ਕਿਰਤ ਵਿੱਚ ਫਰਕ ਹੋਵੇ, ਕਦੇ ਮਨ ਵਿੱਚ ਗਲਾਨੀ ਨਹੀਂ ਕਰਨੀ। ਫਿਰ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਵੇਖ ਰਹੇ ਸਨ ਕਿ ਜਦੋਂ ਪਾਵਨ ਸਰੋਵਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਗੁਰੂ ਰਾਮਦਾਸ ਜੀ, ਤੇ ਸੰਗਤਾਂ ਇਹ ਅਨੁਭਵ ਕਰ ਰਹੀਆਂ ਸਨ ਕਿ ਗੁਰੂ ਰਾਮਦਾਸ ਮਹਾਰਾਜ ਖੁਦ ਚੱਲਦੇ ਫਿਰਦੇ ਸਰੋਵਰ ਨੇ ਜਿਹਦੇ ਵਿੱਚ ਸ਼ਬਦ ਦਾ ਜਲ ਹੈ। ਰੱਬੀ ਗਿਆਨ ਦੀਆਂ ਤਰੰਗਾਂ ਦੇ ਫੁਹਾਰੇ ਚੱਲਦੇ ਤੇ ਜਿਹੜਾ ਵੀ ਸਾਹਮਣੇ ਆ ਜਾਂਦਾ ਹੈ, ਜਿਵੇਂ ਸਰੋਵਰ ਸਾਹਿਬ ਦੇ ਜਲ ਨਾਲ ਸਰੀਰ ਦਾ ਇਸ਼ਨਾਨ ਹੁੰਦਾ ਹੈ, ਇਸ ਤਰ੍ਹਾਂ ਸ਼ਬਦ ਦੇ ਜਲ ਨਾਲ, ਸ਼ਬਦ ਦੀਆਂ ਤਰੰਗਾਂ ਨਾਲ ਆਤਮਿਕ ਤੌਰ ਤੇ ਇਸ਼ਨਾਨ ਕਰਕੇ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਰਹੀਆਂ ਸਨ। ਭੱਟ ਸਾਹਿਬਾਨ ਨੇ ਵੀ ਇਹ ਬਚਨ ਕਹੇ, ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵੈ ਸੰਤ ਕਰੈ ਮਨ ਮੱਜਨ, ਕੁੱਬ ਜਿਨੋ ਸੇਵਾ ਕਰਿਆ। ਤਿੰਨ ਭਉ ਨਿਵਾਰ ਅਨ ਭੈ ਪਦ ਦੀਨਾ, ਸ਼ਬਦ ਮਾਤਰ ਤੇ ਉਧਾਰ ਧਰੇ। ਸ਼ਬਦ ਨਾਲ ਹੀ ਉਧਾਰ ਕਰ ਦਿੱਤਾ, ਸ਼ਬਦ ਨਾਲ ਹੀ ਗੁਰੂ ਜੀ ਨੇ ਪਾਰ ਉਤਾਰਾ ਕਰ ਦਿੱਤਾ। ਸ਼ਬਦ ਮਾਤਰ ਤੇ, ਮਾਤਰ ਦਾ ਮਤਲਬ ਵੀ ਸ਼ਬਦ ਤੋਂ ਬਿਨਾਂ ਹੋਰ ਕੋਈ ਕਰਮ ਕਾਂਡ। ਸ਼ਬਦ ਮਾਤਰ ਤੇ ਉਧਾਰ ਧਰੇ, ਕਬ ਕੱਲ ਠਾਕੁਰ ਹਰਦਾਸ, ਤਨੇ ਗੁਰ ਰਾਮਦਾਸ ਸਰ ਭਰ ਭਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪਿਓ ਦਾਦੇ ਦਾ ਬਖਸ਼ਿਸ਼ ਕੀਤਾ ਖਜ਼ਾਨਾ ਖੋਲ ਕੇ ਪ੍ਰਕਾਸ਼ ਕਰਕੇ ਪੜ੍ਹਿਆ ਸੁਣਿਆ ਤੇ ਅੰਦਰੋਂ ਆਵਾਜ਼ ਆਈ ਵੀ ਦੁਨੀਆ ਦੇ ਲੋਕੋ, ਅਸੀਂ ਬੜੇ ਵੱਡੇ ਧਨਵਾਨ, ਬੜੇ ਵੱਡੇ ਭਾਗਾਂ ਵਾਲੇ, ਸਾਡੇ ਕੋਲ ਏਡਾ ਵੱਡਾ ਖਜ਼ਾਨਾ ਹੈ। ਇਹ ਆਵਾਜ਼ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚੋਂ ਆਈ ਸੀ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਪਿਉ ਦਾਦੇ ਕਾ ਕੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਮ ਕਾ ਕਛੂ ਨ ਮੋਲ, ਭਰੇ ਭੰਡਾਰ ਅਕੂਟ ਅਤੋਲ। ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਖਾਏ। ਜਦੋਂ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਡਿੱਠਾ, ਧੁਰਕੀ ਬਾਣੀ ਦੇ ਨਾਲ ਆਪ ਵੀ ਜੁੜੇ, ਸਾਨੂੰ ਵੀ ਜੋੜਿਆ ਤੇ ਉਪਦੇਸ਼ ਦਿੱਤਾ। ਧੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹ ਵੇਖ ਰਹੇ ਸਨ ਵੀ ਜਿਨ੍ਹਾਂ ਨੇ ਕਦੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਨਾਲ ਜੁੜਿਆ ਵੇਖਿਆ, ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਸੁਣਿਆ, ਜਦੋਂ ਰੱਬੀ ਪਿਆਰ ਵਿੱਚ ਸਤਿਗੁਰੂ ਨੂੰ ਅੰਦਰੋਂ ਮਤਵਾਲੀ ਅਵਸਥਾ ਵਿੱਚ, ਦੀਵਾਨਗੀ ਅਵਸਥਾ ਵਿੱਚ ਵੇਖਿਆ ਤੇ ਉਹ ਸਮਝ ਨਾ ਸਕੇ। ਉਹ ਕਹਿਣ ਲੱਗੇ ਜੀ ਗੁਰੂ ਨਾਨਕ ਜੀ ਗੁਰਾਈਏ ਨੇ, ਇਹਨਾਂ ਨੂੰ ਇੰਜ ਲੱਗਦਾ ਹੈ ਕਿਤੇ ਕੋਈ ਬਾਹਰ ਦੀ ਸ਼ੈ ਭੂਤ ਪ੍ਰੇਤ ਚੰਬੜ ਗਿਆ। ਕੋਈ ਆਖੈ ਭੂਤਨਾ, ਕੋ ਕਹਿ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਗੁਰੂ ਅਰਜਨ ਦੇਵ ਜੀ ਵੇਖ ਰਹੇ ਸਨ ਕਿ ਉਹੀਓ ਲੋਕ ਫਿਰ ਖਡੂਰ ਸਾਹਿਬ ਆਏ
ਇੱਕ ਤਪੇ ਪਖੰਡੀ ਦੇ ਮਗਰ ਲੱਗ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿਣ ਲੱਗੇ ਕਿ ਖਡੂਰ ਸਾਹਿਬ ਛੱਡ ਜਾਓ, ਫਿਰ ਮੀਂਹ ਪਵੇਗਾ, ਸਾਡਾ ਤਪਾ ਇਹ ਕੀ ਹੈ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਕਿ ਜੇ ਸਾਡੇ ਖਡੂਰ ਸਾਹਿਬ ਤੋਂ ਬਾਹਰ ਜਾਇਆ ਤੁਹਾਡਾ ਭਲਾ ਹੁੰਦਾ ਤੇ ਅਸੀਂ ਚਲੇ ਜਾਂਦੇ। ਉਹੀਓ ਲੋਕ ਬਾਬਾ ਅਮਰਦਾਸ ਜੀ ਦੇ ਭਰੀ ਸਭਾ ਵਿੱਚ ਆ ਕੇ ਲੱਤ ਮਾਰ ਦਿੱਤੀ। ਉਹਨਾਂ ਲੋਕਾਂ ਨੇ ਇਕੱਠਿਆਂ ਹੋ ਕੇ ਇੱਕੋ ਪੇਪਰ ਤੇ ਸਾਈਨ ਕਰਕੇ ਝੂਠੇ ਮੇਜਰਨਾਮੇ ਅਕਬਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਬਾਣੀ ਵਿੱਚ ਬਹੁਤ ਕੁਝ ਇਸਲਾਮ ਧਰਮ ਦੇ ਵਿਰੁੱਧ ਵਿੱਚ ਲਿਖਿਆ ਹੋਇਆ ਹੈ। ਉਹ ਤਾਂ ਜਦੋਂ ਅਕਬਰ ਕਲਾਨੌਰ ਜਾਂ ਬਟਾਲੇ ਦੀ ਧਰਤੀ ਤੇ ਆਉਂਦਾ ਤੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਭੇਜੇ ਹੋਏ ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਕਬਰ ਨੂੰ ਜਾ ਕੇ ਬਾਣੀ ਦੇ ਸ਼ਬਦ ਸੁਣਾ ਕੇ ਨਿਰੁੱਤਰ ਕਰਦੇ ਨੇ ਵੀ ਜਿੱਥੋਂ ਮਰਜੀ ਪਾਠ ਸੁਣ, ਕਿਤੋਂ ਪਾਠ ਆਇਆ, ਅਵਲ ਅੱਲਾ ਨੂਰੂ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਫਤੇ। ਕਿਤੋਂ ਪਾਠ ਆਇਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਬ ਤਿਸ ਬਿਨ ਕੋਈ ਨਾ। ਅਕਬਰ ਨੇ ਅਸ਼ਰਤੀਆਂ ਰੱਖ ਕੇ ਬਾਣੀ ਦਾ ਸਤਿਕਾਰ ਕੀਤਾ ਸੀ ਤੇ ਇਹ ਕਿਹਾ ਸੀ ਵੀ ਬਾਣੀ ਵਿੱਚ ਕਿਸੇ ਧਰਮ ਦੇ ਕੀ, ਕਿਸੇ ਇਨਸਾਨ ਦੇ ਵਿਰੁੱਧ ਵੀ ਕੁਝ ਨਹੀਂ ਲਿਖਿਆ ਹੋਇਆ। ਪਰ ਉਹ ਲੋਕ ਆਪਣੀਆਂ ਚਾਲਾਂ ਦੀ ਉਸੇ ਤਰ੍ਹਾਂ ਚੱਲ ਰਹੇ ਸਨ। ਉਹਨਾਂ ਨੇ ਬੜੇ ਹਮਲੇ ਕੀਤੇ ਤੇ ਇੱਕ ਬੁੱਝਾ ਹਮਲਾ ਇਹ ਕੀਤਾ ਵੀ ਉਹ ਕਵਿਤਾਵਾਂ ਉਚਾਰਨ ਕਰਨ ਲੱਗ ਪਏ ਤੇ ਜਿੱਥੇ ਜਾ ਕੇ ਕਵਿਤਾ ਸਮਾਪਤ ਕਰਦੇ ਉੱਥੇ ਆਪਣਾ ਨਾਮ ਨਾ ਲਿਖਦੇ, ਉੱਥੇ ਗੁਰੂ ਨਾਨਕ ਦਾ ਨਾਮ ਲਿਖਦੇ। ਅੱਜ ਵੀ ਕੋਈ ਪ੍ਰਵਚਨ ਕਰੇ, ਕੋਈ ਆਪਣੇ ਥਾਵਾਂ ਤੇ ਚੇਲਿਆਂ ਨੂੰ ਜੋੜੇ, ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਗੁਰੂ ਦੀ ਬਾਣੀ ਦਾ ਉਪਦੇਸ਼ ਵਰਤ ਕੇ ਉਹਦੇ ਗਲਤ ਅਰਥ ਕਰਕੇ ਸੰਗਤਾਂ ਨੂੰ ਕੋਈ ਗੁੰਮਰਾਹ ਕਰਦਾ ਤੇ ਸਿੱਖ ਕਦੇ ਵੀ ਫਿਰ ਉਹਨੂੰ ਬਰਦਾਸ਼ਤ ਨਹੀਂ ਕਰਦਾ। ਜਦੋਂ ਵੇਖਿਆ ਵੀ ਸ਼ਬਦ ਗੁਰੂ ਨਾਨਕ ਸਾਹਿਬ ਦਾ ਤੇ ਸਮਾਪਤੀ ਉੱਥੇ ਜਾ ਕੇ ਗੁਰੂ ਨਾਨਕ ਨਾਮ ਮੂਰਤ ਤੇ ਹੋਈ ਹੈ ਤੇ ਕਵਿਤਾ ਰਚੀ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਤੇ ਉਹਦੀ ਸਮਾਪਤੀ ਵੀ ਨਾਨਕ ਨਾਮ ਦੀ ਮੋਹਰ ਲਾ ਕੇ ਕੀਤੀ ਤੇ ਸੰਗਤਾਂ ਨੂੰ ਭੁਲੇਖਾ ਲੱਗਣ ਲੱਗ ਪਿਆ। ਉਦੋਂ ਫਿਰ ਮਿਹਰਬਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਸਹਿਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਅੰਤ ਭੋਗ ਨਾਨਕ ਜੀ ਦੇ ਪਾਈ। ਵਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਵਿੱਚ ਰਲਾ ਨਾ ਧਰੀਏ। ਉਹ ਭਾਈ ਗੁਰਦਾਸ ਜੀ ਜਿਨ੍ਹਾਂ ਦੇ ਬਚਨ ਨੇ ਰਲਾ ਜੋ ਸੰਗਤ ਮੀਣਿਆਂ ਉੱਠ ਚੱਲੈ ਨਰਾਸਾ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਮੰਨ ਕੇ ਹੱਥ ਵਿੱਚ ਕਲਮ ਪਕੜ ਕੇ ਗੁਰੂ ਕੀ ਬਾਣੀ ਨੂੰ ਲਿਖਣ ਦੀ ਸੇਵਾ ਕਰਨ ਲੱਗ ਪਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਉਦੋਂ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਮੌਜੂਦ ਸੀ। ਭਾਵੇਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਆਉਂਦੇ ਜਾਂਦੇ, ਪਰ ਬਾਣੀ ਦਾ ਖਜ਼ਾਨਾ ਜਿਹੜਾ ਸੀ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਨੂੰ, ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਹੋਇਆ ਤੇ ਇਹ ਖਜ਼ਾਨਾ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੀ। ਬਹੁਤ ਸਾਰੇ ਗੁਰਬਾਣੀ ਦੀਆਂ ਪੂਥੀਆਂ ਦੇ ਉਤਾਰੇ ਵੀ ਹੋ ਚੁੱਕੇ ਸਨ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਜਦੋਂ ਆਪਣੇ ਸਮੇਤ 5 ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ ਸੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੇ ਜਿਹੜੀ ਵਾਰ ਉਚਾਰਨ ਕੀਤੀ ਸੀ ਤੇ ਜਿਹੜਾ ਉਪਦੇਸ਼ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਖਸ਼ਿਸ਼ ਕੀਤਾ ਤੇ ਬਾਬਾ ਸੁੰਦਰ ਜੀ ਨੇ ਲਿਖਿਆ, ਉਹ ਸਤ ਬਾਣੀ ਤੇ ਜਿਹੜਾ 11 ਭੱਟਾਂ ਦਾ ਜਥਾ 1 ਸਾਲ ਭਟਕ ਕੇ ਗੋਇੰਦਵਾਲ ਸਾਹਿਬ ਆਇਆ ਤੇ ਉਹਨਾਂ ਨੇ ਫਿਰ ਗੋਇੰਦਵਾਲ ਸਾਹਿਬ ਆ ਕੇ ਜਦੋਂ ਸਵਈਏ ਉਚਾਰਨ ਕਰਕੇ ਗੁਰੂ ਉਸਤਤ ਕੀਤੀ, ਇਹ ਸਾਰਾ ਬਾਣੀ ਦਾ ਖਜ਼ਾਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਮੌਜੂਦ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਾਇਆ, ਹੁਕਮ ਸੀ ਸਾਚੀ ਮੇਲੋ ਕਾਚੀ ਮੇਲੋ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੁੱਚੀ ਬਾਣੀ ਦੀ ਸੰਪਾਦਨਾ ਕਰਵਾਈ, ਅਗਲੇ ਭਲਕ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣਾ ਸੀ।
ਸਤਿਗੁਰੂ ਜੀ ਨੇ ਸਾਰੀ ਰਾਤ ਲੰਮੀ ਤੀਰਥ ਵਿਚਾਰ ਕਰਦਿਆਂ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਹਨੂੰ ਸ਼ਿਸ਼ੋਭਿਤ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਬੇਦੀ ਕੁਲ ਵੱਲ ਗਿਆ, ਤੇਹਣ ਕੁਲ ਵੱਲ ਗਿਆ, ਭੱਲੇ ਕੁਲ ਵੱਲ ਗਿਆ, ਸੋਢੀ ਕੁਲ ਵੱਲ ਗਿਆ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਸ ਨਿਰਣੇ ਤੇ ਪਹੁੰਚੇ ਕਿ ਇਹਨਾਂ ਸਾਰਿਆਂ ਨੂੰ ਆਪੋ ਆਪਣੀ ਬੰਸਾਵਲੀ ਦੀ ਹੋਂਦ ਹੈ, ਆਪੋ ਆਪਣੀ ਕੁੱਲ ਦੀ ਇਹਨਾਂ ਨੂੰ ਹੋਂਦੇ ਹੈ। ਤੇ ਜਿਹਦੇ ਅੰਦਰ ਕੁੱਲ ਦੀ ਹੋਂਵੇਂ ਹੋਵੇ ਉਹ ਕਦੇ ਸੇਵਾ ਨਹੀਂ ਕਰ ਸਕਦਾ। ਅੱਜ ਵੀ ਵੇਖੋ, ਜਿਹਦੀ ਘਰ ਨਾ ਚੱਲਦੀ ਹੋਵੇਗੀ ਤਾਂ ਚਲੋ ਗੁਰੂ ਘਰ ਜਾ ਕੇ ਗ੍ਰੰਥੀ ਸਿੰਘ ਤੇ ਰੂਹ ਮਾਰਦੇ, ਉਹ ਕਵੇਗਾ ਅੱਜ ਪਲਕ ਨਹੀਂ ਸਿੱਧੀ ਲੱਗੀ, ਅੱਜ ਹੁਕਮਨਾਮੇ ਵਿੱਚ ਥੋੜਾ ਜਿਹਾ ਤੁਸੀਂ ਸਹੀ ਇਸ ਤਰ੍ਹਾਂ ਨਹੀਂ ਲਿਖਿਆ, ਕਿਉਂਕਿ ਉਹ ਨਿਮਾਣਾ ਹੋ ਕੇ ਨਹੀਂ ਆਉਂਦਾ, ਉਹ ਹੰਕਾਰੀ ਬਣ ਕੇ ਆਉਂਦਾ। ਇੱਥੇ ਆ ਕੇ ਉਹਨੇ ਕੁਝ ਨਹੀਂ ਕਰਨਾ, ਨਾ ਦਰੀਆਂ ਝਾੜਨੀਆਂ, ਨਾ ਚਾਦਰਾਂ ਵਿਛਾਉਣੀਆਂ, ਨਾ ਸੇਵਾ ਕਰਨੀ, ਰੋਬ ਮਾਰਨਾ ਹੋਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਦੇਖਿਆ ਵੀ ਇਹਨਾਂ ਨੂੰ ਆਪੋ ਆਪਣੀ ਕੁੱਲ ਦਾ ਹੰਕਾਰ ਹੈ, ਇਹ ਸੇਵਾ ਨਹੀਂ ਕਰ ਸਕਦੇ, ਇਹ ਸੇਵਕ ਦੀ ਸੇਵਾ ਹੈ। ਤੇ ਫਿਰ ਜਦੋਂ ਧਿਆਨ ਗਿਆ ਬਾਬਾ ਬੁੱਢਾ ਸਾਹਿਬ ਵੱਲ, ਕਿ ਸਾਡੇ ਇਤਿਹਾਸ ਦੇ ਬੋਲ ਨੇ, ਸ਼੍ਰੀ ਗੁਰ ਹਿਰਦੈ ਵਿਚਾਰਨ ਧਰੈ, ਟਹਿਲ ਗ੍ਰੰਥ ਸਾਹਿਬ ਕੀ ਕੌਣ ਸੋ ਕਰੈ, ਬੇਦੀ ਤੇਹਣ ਭੱਲੇ ਬੰਸ, ਸੋਢੀ ਜੇ ਕੁਲ ਕੇ ਅਵਤੰਸ, ਨਿਜ ਨਿਜ ਕੁਲ ਕੋ ਇਨਕੇ ਹੰਕਾਰਾ, ਕਰ ਨਾ ਸਕੈਂਗੇ ਸੇਵ ਉਧਾਰਾ, ਇਹ ਸੇਵਕ ਕੀ ਵਸਤ ਸਦੀਵਾ, ਨਿਰਹੰਕਾਰ ਜਿਨੋ ਮਨ ਨੀਵਾ। ਤੇ ਉਹ ਸੇਵਕ ਸੀ ਬਾਬਾ ਬੁੱਢਾ ਸਾਹਿਬ। ਅੱਜ ਵੀ ਤੁਸੀਂ ਦੇਖੋ, ਲੜਕੀ ਵਾਲੇ ਆਨੰਦ ਕਾਰਜ ਵੇਲੇ ਸਾਰਾ ਪ੍ਰਬੰਧ ਕਰਦੇ ਨੇ, ਲੜਕੇ ਵਾਲੇ ਇੰਨੇ ਹੰਕਾਰੀ ਹੁੰਦੇ ਨੇ, ਉਹ ਕਹਿੰਦੇ ਨੇ ਅਸੀਂ ਤਾਂ ਲੜਕੇ ਵਾਲੇ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਵੀ ਹੈ। ਅਸੀਂ ਆਪੇ ਕਲਗੀ ਲਾ ਲਈਏ, ਅੰਦਰ ਜਾਣ ਤੋਂ ਪਹਿਲਾਂ ਆਪੇ ਸ਼ੇਰਾ ਉਤਾਰ ਲਈਏ। ਗ੍ਰੰਥੀ ਸਿੰਘ ਨੂੰ ਕਹਿਣਾ ਹੀ ਨਾ ਪਵੇ ਵੀ ਰਿਕਾਰਡਿੰਗ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਵੱਲ ਵੇਖ ਨਾ ਕਰੋ। ਪਰ ਲੜਕੇ ਵਾਲੇ ਇੰਨੇ ਹੰਕਾਰੀ ਹੁੰਦੇ ਨੇ, ਉਹ ਕਹਿੰਦੇ ਨੇ ਕਿ ਸਾਰਾ ਪ੍ਰਬੰਧ ਲੜਕੀ ਵਾਲੇ ਹੀ ਕਰਨ, ਤੇ ਕਹਿੰਦੇ ਨੇ ਸਾਡੇ ਪੁੱਤਰ ਨੂੰ ਵੀ ਫਿਰ ਅਸੀਸ ਮਿਲੇ। ਤੇ ਹੁਣ ਆਪਾਂ ਅਨੁਭਵ ਕਰ ਸਕਦੇ ਹਾਂ ਕਿ ਭਲਾ ਅਸੀਸ ਮਿਲ ਸਕਦੀ। ਲੜਕੇ ਵਾਲੇ ਤੇ ਇਹ ਸਮਝਦੇ ਨੇ ਕਿ ਅਸੀਂ ਬਰਾਤੀ ਚੱਲੇ ਹਾਂ, ਤੇ ਜਿਹੜੇ ਬਰਾਤ ਵਿੱਚ ਸ਼ਾਮਲ ਹੁੰਦੇ ਨੇ ਆਪਣੇ ਆਪ ਨੂੰ ਐਮਪੀ ਤੋਂ ਘੱਟ ਨਹੀਂ ਜੇ ਸਮਝਦੇ। ਕਈ ਵਾਰ ਰੱਬ ਵੀ ਭੁੱਲਿਆ ਹੁੰਦਾ, ਗੁਰੂ ਵੀ ਭੁੱਲਿਆ ਹੁੰਦਾ। ਇੱਕੋ ਸਮਾਂ ਜੀ ਜਨਮ ਸਾਡੇ ਹੱਥ ਵੱਸ ਨਹੀਂ, ਜਨਮ ਸੰਸਕਾਰ ਕਿਵੇਂ ਹੋਇਆ ਉਦੋਂ ਸਾਨੂੰ ਹੋਸ਼ ਨਹੀਂ ਸੀ। ਮ੍ਰਿਤਕ ਸੰਸਕਾਰ ਵੀ ਸਾਡੇ ਹੱਥ ਵੱਸ ਨਹੀਂ, ਪਤਾ ਨਹੀਂ ਘਰਦਿਆਂ ਨੇ ਕਿਵੇਂ ਕਿਹੜੀ ਮਰਿਆਦਾ ਨਾਲ ਕਰਨਾ। ਇੱਕੋ ਇੱਕ ਸੰਸਕਾਰ ਹੈ ਆਨੰਦ ਸੰਸਕਾਰ, ਜਿਹਦੇ ਵਿੱਚ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦੇ। ਉਹ ਸੰਸਕਾਰ ਅਸੀਂ ਕਹਿ ਸਕਦੇ ਹਾਂ ਕਿ ਗੁਰ ਮਰਿਆਦਾ ਅਨੁਸਾਰ ਕਰਨਾ ਹੈ, ਗੁਰੂ ਦੀ ਖੁਸ਼ੀ ਲੈਣੀ ਹੈ, ਗੁਰੂ ਦੀ ਮਰਿਆਦਾ ਵਿੱਚ ਰਹਿਣਾ ਹੈ। ਪਰ ਉਦੋਂ ਰੱਬ ਵੀ ਭੁੱਲਿਆ ਹੁੰਦਾ, ਗੁਰੂ ਵੀ ਭੁੱਲਿਆ ਹੁੰਦਾ ਹੈ। ਤੇ ਜਦੋਂ ਸੱਚਮੁੱਚ ਇਸ ਤਰ੍ਹਾਂ ਦੀ ਅਵਸਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖੀ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕੀਤਾ। ਆਪ ਚੌਰ ਸਾਹਿਬ ਕਰਨ ਲੱਗ ਪਏ। ਬਾਲਕ ਹਰਗੋਬਿੰਦ ਜੀ ਨਾਲ ਨੇ, ਸੰਗਤਾਂ ਦੇ ਵਿੱਚ ਢੋਲਕੀਆਂ ਚਿਮਟੇ ਛੈਣੇ ਲੈ ਕੇ ਸ਼ਬਦ ਪੜ੍ਹਦੇ ਹੋਏ ਰਾਮਸਰ ਸਾਹਿਬ ਦੇ ਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਤੇ ਸਾਡਾ ਇਤਿਹਾਸ ਕਹਿੰਦਾ ਹਰਿਮੰਦਰ ਮੈਂ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਗੁੰਜੇ, ਮੰਜੀ ਸਹਿਤ ਗ੍ਰੰਥ ਤਬ ਥਾਰ, ਨਿਕਟ ਗੁਰੂ ਬੈਠੇ ਤਬ ਆਪ, ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ਼੍ਰੀ ਅਰਜਨ ਗਿਰਾ ਅਲਾਈ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਉਦੋਂ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਚਨ ਕਹੇ ਸਨ, ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ, ਸਾਧ ਸੰਗ ਗਾਵੈ ਗੁਣ ਗੋਬਿੰਦ,
पूर्ण ब्रह्म ज्ञान पोथी परमेश्वर का थान, परमेश्वर का थान पोथी परमेश्वर का थान। ਸਾਹਿਬ ने स्पष्ट किया सी पोथी साहब परमेश्वर को मिलण की ढुकवीं थान है। जिन्हें परमेश्वर को मिलना है वो पोथी साहब शब्द के उपदेश सिक्ख्या नूं अपनी जिंदगी में धारण करे। जे किसी ने प्रश्न किया पातशाह पोथियां तां होर भी बड़ियां ने, जिवें मूड पलोस कमरबंद पोथी, जिवें सिमरत वेद पुराण पुकाਰਨ पोथियां, नाम बिना सब कूड़ गाली पोथियां। कि पोथियां तां बड़ियां ने पर केड़ी पोथी परमेश्वर का थान है। ते गुरु अर्जन देव महाराज ने स्पष्ट किया सी भाई जेड़ी पोथी विच एक फिरके को उपदेश दे के ये कहा गया होवे कि दूजे उपदेश ने, वो पोथी परमेश्वर का थान नहीं। जिस पोथी विच एक फिरके नूं उपदेश दे के क्या होवे दूजे काफर ने, वो पोथी परमेश्वर का थान नहीं। पोथी परमेश्वर का वो थान है जिहदे विच उपदेश दिता गया होवे खत्तरी ब्राह्मण शूद वैस उपदेश चौं वर्गां को साझा। साहब कहते वो पोथी परमेश्वर का थान नहीं जिहदे विच ये लिखिया होवे भी रब तुहाडा दखण विच रहिंदा। ਜਿਹੜੀ पोथी विच लिखिया होवे तुहाडा रब पश्चिम विच रहिंदा, वो पोथियां परमेश्वर का थान नहीं। वो पोथी परमेश्वर का थान है जिहदे विच लिखिया होवे चतर दिशा कीनो बल अपना सिर उपर कर धारियो। जिहदे विच उपदेश दिता होवे दखण देश हरि का वासा, पश्चिम अल्लाह मुकामा, दिल में खोज दिलै दिल खोजो यही ठौर मुकामा। जेड़ी पोथी साहब ये उपदेश दवे तू सबनी थाई जिथे हो जाई साचा सिरजण हार जियो। ते जे रब केवल दखण जां पश्चिम विच है ते फिर उत्तर ते पूर्व विच कौन रहिंदा। साहब कहते जेड़ी पोथी ये उपदेश दवे कि वो चवां दिशावां विच व्यापक है, वो हर थां ते मौजूद है। साहब कहण लगे फिर वो परमेश्वर पोथी परमेश्वर का थान है। साहब कहण लगे जिस पोथी विच लिखिया होवे कि औरत विच आत्मा ही नहीं हुंदी, औरत नूं मुक्ति लैण लई पुरुष दा जामा धारण करना पवेगा, औरत धर्म करन विच शामिल नहीं हो सकती, औरत जिहड़ी है खुदा दी मजेदार गलती है। सब कहण लगे वो पोथियां परमेश्वर का थान नहीं जिन्हां विच लिखिया होवे पशु धूर गवार शूकर नारी ये पांचों ताड़न के अधिकारी। वो पोथी परमेश्वर का थान है जिहदे विच ये लिखिया होवे सो क्यों मंदा आखिए नित जम्मै भला जान। जिहदे विच ये लिखिया होवे इत्ते औरत मर्दा साजे ये सब रूप तुम्हारे, कबीर पुंगरा राम अल्लाह का सब गुर पीर हमारे। कि जे साडी भैन अमर छक लवे ते सच्ची मुच्ची उहदा भार उतारै, ते जे पति शराबी दुआबी होवे ते उहदे कीते कर्मां दा लेखा उहनूं देना पैना। कर्मी आपो अपनी ये नेड़ा ये दूर। ये नहीं कि पति जिहड़ा है वो धर्म के मार्ग से नहीं तुरदा ते पत्नी ने भी तुरना भी शायद वो पति नाल जुड़ के मुक्त हो सकती है। सतगुरु जी ने प्राणी नूं सिक्ख्या दित्ती है ते प्राणी औरत भी हो सकती है, प्राणी पुरुष भी हो सकता है। गरीब नवाज का ये उपदेश सर्वकाली सर्वदेशी ते सर्व व्यापक है। फिर एक बार सारिया संगतां नूं साहिब सतगुरु श्री गुरु ग्रंथ साहिब महाराज जी के पहले प्रकाश पुरब दीआं बहुत बहुत बधाइयां। बलाओ फतेह सारे प्यार साहिब रखो जी। वाहिगुरू जी का खालसा वाहिगुरू जी